दर्शन परसै जन्म मरण दुख दर्शन परसै जन्म मरण दुख जाए। दोहरा इम खेलत सतगुर प्रभु बालिक बैस समान दिन प्रत बधै शरीर बल किदों दुष्ट गनहान। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਜੋ ਬਚਪਨ ਦੇ ਵਿੱਚ ਉਹਨਾਂ ਨੇ ਕੌਤਕ ਕੀਤੇ ਨੇ, ਗੋਬਿੰਦ ਰਾਏ ਸਾਹਿਬ ਜੀਆਂ ਨੇ ਉਹ ਕੌਤਕ ਆਪਾਂ ਸਰਵਣ ਕਰਦੇ ਪਏ। ਲੜੀਵਾਰ ਕਥਾ ਦੇ ਅੰਦਰ ਸਰਵਣ ਕੀਤਾ ਹੈ। ਪਟਨੇ ਦਾ ਵਜ਼ੀਰ ਹਾਥੀ ਤੇ ਚੜ੍ਹ ਕੇ ਤੁਰਿਆ ਆਉਂਦਾ। ਸਤਿਗੁਰੂ ਇੰਨੇ ਨਿਰਭੈ ਨੇ, ਇੰਨੇ ਨਿਡਰ ਨੇ, ਸਾਥੀਆਂ ਨੂੰ ਕਹਿਣ ਲੱਗੇ ਇਸ ਨੂੰ ਸਲਾਮ ਨਹੀਂ ਕਰਨੀ, ਇਸ ਨੂੰ ਚੜਾਉਣਾ ਹੈ। ਜਦੋਂ ਚੜਾਉਣ ਲੱਗੇ ਤੇ ਉਹ ਹਾਕਮ ਕਹਿਣ ਲੱਗਾ, ਵਜ਼ੀਰ ਕਹਿਣ ਲੱਗਾ, ਇਹ ਬਾਲਕ ਬਾਂਦਰਾਂ ਵਾਲਾ ਕੰਮ ਕਰਦੇ ਪਏ। ਗੋਬਿੰਦ ਰਾਏ ਜੀਆਂ ਨੇ ਸੁਣਿਆ ਬਚਨ, ਕਹਿਣ ਲੱਗੇ ਜਿਸ ਆਪਣੇ ਰਾਜ ਦੇ ਤੇਜ ਪ੍ਰਤਾਪ ਕਰਕੇ, ਜਿਸ ਆਪਣੀ ਜੈ ਜੈਕਾਰ ਕਰਕੇ ਹੰਕਾਰ ਦੇ ਨਸ਼ੇ ਦੇ ਵਿੱਚ ਤੂੰ ਇਹ ਗੱਲਾਂ ਕਹੀਆਂ ਨੇ, ਇਹ ਤੇਰਾ ਹੰਕਾਰ ਵੀ ਨਾਸ ਹੋਵੇਗਾ, ਤੇਰਾ ਰਾਜ ਵੀ ਨਾਸ ਹੋਵੇਗਾ। ਇਹ ਜੋ ਤੈਨੂੰ ਸਲਾਮਾਂ ਕਰਦੇ ਨੇ ਅੱਗੇ ਪਿੱਛੇ ਤੇਰੇ ਸਿਪਾਹੀ, ਇਹ ਵੀ ਸਾਰੇ ਤੈਨੂੰ ਛੱਡ ਕੇ ਚਲੇ ਜਾਣਗੇ। ਐਸਾ ਵੱਡਾ ਬਚਨ ਮਹਾਰਾਜ ਜੀਆਂ ਨੇ ਉਸ ਵਜ਼ੀਰ ਨੂੰ ਕਰਕੇ ਉਸ ਦੀਆਂ ਸਾਰੀਆਂ ਤਾਕਤਾਂ ਖਿੱਚ ਲਈਆਂ, ਨਸ਼ਟ ਕਰ ਦਿੱਤੀਆਂ। ਜਿਵੇਂ ਅੱਗੇ ਮਹਾਰਾਜ ਬਖਸ਼ਿਸ਼ ਕਰਦੇ, ਆਓ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਖੇਲਤ ਸਤਗੁਰ ਪ੍ਰਭੂ ਬਾਲਕ ਬੈਸ ਸਥਾਨ। ਇਸ ਤਰ੍ਹਾਂ ਗੋਬਿੰਦ ਰਾਏ ਜੀ ਬਚਪਨ ਦੇ ਵਿੱਚ ਬੱਚਿਆਂ ਦੇ ਵਾਂਗ ਕਈ ਖੇਡਾਂ ਪਟਨਾ ਸਾਹਿਬ ਦੀ ਧਰਤੀ ਤੇ ਕਰਦੇ ਪਏ ਹਨ। ਦਿਨ ਪ੍ਰਤ ਵਧੈ ਸਰੀਰ ਬਲ ਕਿਦੋ ਦੁਸ਼ਟ ਗਨਹਾਨ। ਸਤਿਗੁਰਾਂ ਦਾ ਸਰੀਰ ਰੋਜ਼ ਵੱਧਦਾ ਹੈ। ਸਾਡੇ ਸਰੀਰ ਤੇ ਇੱਕੇ ਦਿਨ ਜਵਾਨੀ ਨਹੀਂ ਆਉਂਦੀ, ਸਰੀਰ ਦੇ ਉੱਪਰ ਇੱਕੇ ਦਿਨ ਬੁਢੇਪਾ ਨਹੀਂ ਆਉਂਦਾ। ਦਿਨ ਦਿਨ ਕਰਕੇ ਸਰੀਰ ਵੱਧਦਾ, ਬਚਪਨ ਤੋਂ ਜਵਾਨੀ ਆਉਂਦੀ ਹੈ, ਦਿਨ ਦਿਨ ਕਰਕੇ ਸਰੀਰ ਦੇ ਉੱਪਰ ਬੁਢੇਪਾ ਆਉਂਦਾ। ਇੱਕੇ ਦਿਨ ਵਿੱਚ ਜਵਾਨੀ ਨਹੀਂ ਆਈ, ਇੱਕੇ ਦਿਨ ਵਿੱਚ ਬੁੱਢੇ ਨਹੀਂ ਹੋਵਾਂਗੇ। ਗੋਬਿੰਦ ਰਾਏ ਜੀਆਂ ਦਾ ਸਰੀਰ ਵੱਧਦਾ ਪਿਆ, ਸਰੀਰ ਦੇ ਵਿੱਚ ਤਾਕਤ ਵੀ ਵੱਧਦੀ ਪਈ ਹੈ। ਕਾਹਦੇ ਵਾਸਤੇ? ਗੋਬਿੰਦ ਰਾਏ ਜੀਆਂ ਦੇ ਸਰੀਰ ਵਿੱਚ ਜਿਹੜੀ ਤਾਕਤ ਵੱਧਦੀ ਪਈ ਹੈ, ਦੁਸ਼ਟਾਂ ਨੂੰ ਖਤਮ ਕਰਨ ਵਾਸਤੇ। ਇੰਨੀ ਤਾਕਤ ਸਰੀਰ ਦੇ ਵਿੱਚ ਹੈ। ਮਹਾਰਾਜ ਜਦੋਂ ਤੀਰ ਚਲਾਉਂਦੇ ਨੇ, 4-4 ਮੀਲ ਤੇ ਜਾ ਕੇ ਮਹਾਰਾਜ ਜੀਆਂ ਦਾ ਤੀਰ ਨਿਸ਼ਾਨੇ ਦੇ ਉੱਪਰ ਲੱਗਦਾ। ਜੇ ਕਿਸੇ ਨੂੰ ਸ਼ੱਕ ਹੋਵੇ ਨਾ ਵੀ ਇਹ ਨਹੀਂ ਹੋ ਸਕਦਾ, ਕਿਉਂਕਿ ਸਾਡੀ ਬੁੱਧੀ ਸ਼ੰਕੇ ਵਾਲੀ ਹੈ, ਤੇ ਤੁਸੀਂ ਪੌਂਟਾ ਸਾਹਿਬ ਦੀ ਧਰਤੀ ਤੇ ਜਾ ਕੇ ਦਰਸ਼ਨ ਕਰ ਸਕਦੇ ਹੋ, ਜਿੱਥੇ ਮਹਾਰਾਜ ਖੜ੍ਹ ਕੇ ਤੀਰ ਚਲਾਉਂਦੇ ਸਨ ਤੇ ਜਿੱਥੇ ਭੰਗਾਣੀ ਦਾ ਜੰਗ ਹੁੰਦਾ। ਤੁਹਾਡੀ ਗੱਡੀ ਦਾ ਮੀਟਰ ਦੱਸ ਦੇਵੇਗਾ ਵੀ ਉਹ ਜਗ੍ਹਾ ਕਿੰਨੇ ਕਿਲੋਮੀਟਰ ਅੱਗੇ ਹੈ। ਐਸਾ ਬਲ ਹੈ ਮਹਾਰਾਜ ਜੀਆਂ ਦੇ ਤੀਰਾਂ ਦੇ ਵਿੱਚ। ਜਦੋਂ ਚੱਲਦੇ ਨੇ ਕਈ ਮੀਲ ਤੱਕ ਮਹਾਰਾਜ ਜੀਆਂ ਦੇ ਤੀਰ ਉੱਡਣੇ ਸੱਪ ਦੇ ਵਾਂਗੂ ਉੱਡਦੇ ਜਾਂਦੇ। ਤੇ ਦੂਜੀ ਉਦਾਹਰਣ ਸਾਡੇ ਸਾਹਮਣੇ ਹੈ ਚਮਕੌਰ ਦੀ ਗੜੀ ਦਾ ਜੰਗ। ਲੱਖਾਂ ਬੰਦੇ ਇੱਕ ਪਾਸੇ ਖੜੇ ਹੋ ਜਾਣ ਤੇ ਭੁੱਖੇ 40 ਇੱਕ ਪਾਸੇ ਹੋਣ ਤੇ ਕੀ ਮੁਕਾਬਲਾ। ਪਰ ਮਹਾਰਾਜ ਦੇ ਤੀਰਾਂ ਦਾ ਦੁਸ਼ਮਣ ਨੂੰ ਇੰਨਾ ਖੌਫ ਸੀ, ਇੰਨਾ ਡਰ ਸੀ ਵੀ ਕਿਸੇ ਦੀ ਹਿੰਮਤ ਨਹੀਂ ਪਈ ਵੀ ਗੜੀ ਦੇ ਨੇੜੇ ਵੀ ਆ ਸਕੇ, ਕਿਉਂਕਿ ਜਿੱਧਰ ਨੂੰ ਮਹਾਰਾਜ ਦੇ ਖਪਰੇ ਤੀਰ ਚੱਲਦੇ ਸਨ, ਸਤਿਗੁਰੂ ਜੀ ਉੱਧਰ ਵੇਲ ਹੀ ਵੇਲ ਨਜ਼ਰ ਆਉਂਦਾ, ਲਾਸ਼ਾਂ ਹੀ ਲਾਸ਼ਾਂ ਡਿੱਗੀਆਂ ਨਜ਼ਰ ਆਉਂਦੀਆਂ ਸਨ। ਤੀਰ ਕਾਹਦਾ ਚੱਲਦਾ? ਮੰਨ ਲਓ ਵੀ ਲੋਹੇ ਦਾ ਆਰਾ ਹੀ ਫਿਰਦਾ ਪਿਆ, ਜਿੱਧਰ ਨੂੰ ਜਾਂਦਾ ਵੈਰੀਆਂ ਦੀਆਂ ਪੰਗਤਾਂ ਡਿੱਗੀਆਂ ਹੋਈਆਂ, ਲਾਸ਼ਾਂ ਜਿਹੜੀਆਂ ਨੇ ਰਣ ਭੂਮੀ ਵਿੱਚ ਦਿਸਦੀਆਂ ਨੇ। ਇੰਨਾ ਬਲ ਹੈ 10ਵੇਂ ਪਾਤਸ਼ਾਹ ਜੀਆਂ ਦੇ ਵਿੱਚ। ਤੇ ਕਹਿਣ ਲੱਗੇ ਉਹ ਬਲ ਵਧਾਉਣ ਵਾਸਤੇ ਸਤਿਗੁਰਾਂ ਦਾ ਸਰੀਰ ਵੱਧਦਾ ਪਿਆ, ਤੇ ਸਰੀਰ ਦੇ ਨਾਲ ਨਾਲ ਜ਼ੋਰ ਵੱਧਦਾ ਪਿਆ। ਕਾਹਦੇ ਵਾਸਤੇ? ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ।
ਪਾਪੀਆਂ ਨੂੰ ਨਾਸ਼ ਕਰਨ ਵਾਸਤੇ ਮਹਾਰਾਜ ਇਹ ਕਾਰਜ ਕਰਦੇ ਹਨ। ਚੌਪਈ ਵੱਡੀ ਮਾਤ ਜਬ ਪਿਖੈ ਸੁਭਾਓ। ਵੱਡੀ ਮਾਤਾ ਮਾਤਾ ਨਾਨਕੀ ਜੀ ਜੋ ਦਾਦੀ ਜੀ ਲੱਗਦੇ ਨੇ ਗੋਬਿੰਦ ਰਾਏ ਜੀਆਂ ਦੇ, ਜਦੋਂ ਮਹਾਰਾਜ ਦਾ ਸੁਭਾਅ ਵੇਖਦੇ ਨਾ, ਉਹਨਾਂ ਦੇ ਕੰਮ ਵੇਖਦੇ, ਉੱਠਣ ਦਾ, ਬੈਠਣ ਦਾ, ਚੱਲਣ ਦਾ, ਜਦੋਂ ਤੌਰ ਤਰੀਕਾ ਵੇਖਦੇ, ਤੇ ਫਿਰ ਉਸ ਵੇਲੇ ਖੇਲਤ ਕਰੈ ਜੰਗ ਕੋ ਚਾਉ। ਮਾਤਾ ਜੀ ਵੇਖਦੇ ਨੇ ਵੀ ਇਹਨਾਂ ਦੀਆਂ ਖੇਡਾਂ ਵਿੱਚ ਵੀ ਇਹ ਜੰਗ ਕਰਨ ਦੀ ਰਣਨੀਤੀ ਆਪਣੇ ਦੋਸਤਾਂ ਨੂੰ ਸਿਖਾਉਂਦੇ, ਵੀ ਜੰਗ ਕਿਵੇਂ ਕਰਨਾ, ਗੁਲੇਲਾ ਕਿਵੇਂ ਚਲਾਉਣਾ। ਹੈ ਤੇ ਬੱਚਿਆਂ ਵਾਲੀਆਂ ਖੇਡਾਂ, ਪਰ ਖੇਡਾਂ ਦੇ ਵਿੱਚ ਵੀ ਮਹਾਰਾਜ ਜੰਗ ਕਰਨ ਦੀ ਨੀਤੀ ਸਮਝਾਉਂਦੇ ਹਨ। ਹਿਰਦੈ ਵਿਚਾਰੈ ਜਥਾ ਪਿਤਾਮਾ। ਮਾਤਾ ਨਾਨਕੀ ਜੀ ਸੋਚਦੇ ਪਏ, ਪੋਤਰੇ ਦਾ ਸੁਭਾਅ ਬਿਲਕੁਲ ਆਪਣੇ ਦਾਦੇ ਤੇ ਹੀ ਹੈ। ਦਾਦੇ ਨੇ 4 ਜੰਗ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ। ਦਾਦੀ ਵੇਖਦੀ ਪਈ ਹੈ, ਮਨ ਵਿੱਚ ਸੋਚਦੀ ਹੈ, ਮੇਰੇ ਪੋਤਰੇ ਦੇ ਜਿਹੜੇ ਗੁਣ ਨੇ ਬਿਲਕੁਲ ਦਾਦੇ ਤੇ ਗਏ ਨੇ। ਜਿਵੇਂ ਦਾਦੇ ਨੇ ਦੁਸ਼ਮਣ ਨੂੰ ਲਲਕਾਰਿਆ ਜੰਗ ਦੇ ਵਿੱਚ, 4 ਜੰਗ ਕਰਕੇ ਵੈਰੀ ਤੋਂ ਹਾਰ ਨਹੀਂ ਖਾਧੀ, ਸਗੋਂ ਮਲੀਆ ਮੇਟ ਕੀਤਾ ਹੈ। ਪੋਤਰਾ ਵੀ ਲੱਗਦਾ ਵੀ ਉਹਨਾਂ ਦੇ ਪੈਰਾਂ ਤੇ ਪੈਰ ਰੱਖੇਗਾ, ਦੁਸ਼ਮਣ ਦੇ ਨਾਲ ਜੰਗ ਕਰੇਗਾ। ਇਹਦੇ ਲੱਛਣ ਇਸ ਤਰ੍ਹਾਂ ਦਿਸਦੇ ਹਨ। ਕਰਤ ਕਿਰਿਆ ਕੌਤਿਮ ਅਵਿਰਾਮਾ। ਇਸ ਤਰ੍ਹਾਂ ਬੜੀ ਸੋਹਣੀ ਕਿਰਿਆ ਮਹਾਰਾਜ ਕਰਦੇ, ਸਾਥੀਆਂ ਨੂੰ ਜੰਗ ਕਰਨ ਵਾਸਤੇ, ਜਾਂ ਜੰਗ ਦੇ ਵਾਂਗ ਆਪਣੇ ਸਾਥੀਆਂ ਦੇ ਨਾਲ ਖੇਡਦੇ ਹਨ। ਤਰਸਤ ਚਿਤਾਰਤ ਪਾਛਲ ਬਾਤੀ। ਉਸ ਵੇਲੇ ਮਾਤਾ ਜੀ ਡਰ ਵੀ ਜਾਂਦੇ ਨੇ, ਜਦੋਂ ਇਹ ਗੱਲਾਂ ਚੇਤੇ ਆਉਂਦੀਆਂ ਨਾ ਵੀ ਵੱਡੇ ਹੋ ਕੇ ਜੰਗ ਕਰਨਗੇ। ਇਹ ਗੱਲਾਂ ਸੋਚ ਕੇ ਮਾਤਾ ਜੀਆਂ ਦਾ ਮਨ ਕਈ ਵਾਰ ਡਰ ਜਾਂਦਾ ਹੈ। ਸ਼੍ਰੀ ਹਰਗੋਬਿੰਦ ਜਿਮ ਰਿਪ ਘਾਤੀ। ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਦੁਸ਼ਮਣਾਂ ਨੂੰ ਬਹੁਤ ਨਾਸ਼ ਕੀਤਾ ਹੈ। ਸਦਾ ਸਰੋਵਰ ਨਿਕਸੇ ਜਥਾ। ਪਰ ਜਿੱਥੇ ਜੰਗ ਕੀਤੇ ਨੇ ਨਾ ਗੁਰਮੁਖੋ, ਇਹ ਇੱਕ ਪਹਿਲੂ ਹੈ ਵੀ ਜੰਗ ਕੀਤਾ। ਦੂਜਾ ਪਹਿਲੂ ਇਹ ਵੀ ਹੈ ਜ਼ਿੰਦਗੀ ਦਾ ਕਿ 6ਵੇਂ ਪਾਤਸ਼ਾਹ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡਣਾ ਪਿਆ। ਤੇ ਬੀਬੀਆਂ ਨੂੰ ਜਾਂ ਮਾਤਾ ਨੂੰ ਉਸ ਵੇਲੇ ਇਸ ਗੱਲ ਦਾ ਡਰ ਹੈ ਵੀ ਮੇਰੇ ਪਤੀ ਨੇ ਜੰਗ ਕੀਤੇ ਸਨ ਤੇ ਘਰ ਛੱਡਣਾ ਪਿਆ, ਤੇ ਜੇ ਪੋਤਰਾ ਵੀ ਕਿਤੇ ਜੰਗ ਵਾਲੇ ਪਾਸੇ ਤੁਰ ਪਿਆ ਤੇ ਫਿਰ ਨਾ ਕਿਤੇ ਦੁਬਾਰਾ ਘਰ ਛੱਡਣਾ ਪਵੇ। ਇਸ ਗੱਲ ਦਾ ਡਰ ਹੈ ਮਨ ਦੇ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਲਾ ਜੰਗ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਸੀ। 7,500 ਮੁਗਲਸ ਖਾਨ ਦੀ ਫੌਜ ਨੂੰ ਮਹਾਰਾਜ ਨੇ ਮਾਰਿਆ, ਜਿਹੜੀ ਲਾਹੌਰ ਤੋਂ ਚੜ੍ਹ ਕੇ ਆਈ ਸੀ। ਪਰ ਨਾਲ ਹੀ ਫਿਰ ਅੰਮ੍ਰਿਤਸਰ ਛੱਡ ਕੇ ਮਾਲਵੇ ਨੂੰ ਜਾਣਾ ਪਿਆ। ਮਾਤਾ ਜੀ ਇਹ ਗੱਲ ਸੁਣ ਕੇ ਮਨ ਵਿੱਚ ਡਰਦੇ ਨੇ ਵੀ ਜੇ ਪੋਤਰੇ ਨੇ ਵੀ ਦਾਦੇ ਦੇ ਪੈਰਾਂ ਤੇ ਪੈਰ ਰੱਖੇ ਤੇ ਫਿਰ ਆਉਣ ਵਾਲਾ ਸਮਾਂ ਔਖਾ ਹੋ ਸਕਦਾ ਹੈ। ਮੁਗਲਸ ਖਾਨ ਸਹਿਤ ਦਲ ਮਥਾ। ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਮੁਗਲਸ ਖਾਨ ਜਰਨੈਲ ਸੀ, ਉਹਦੇ ਸਮੇਤ 7,500 ਵੈਰੀ ਨੂੰ ਮਾਰਿਆ ਹੈ। ਵਹਿਰ ਵਿਆਹ ਹੋ ਤਨ ਜਾ ਕਹੋ ਕੀਨ। ਸੋ ਕਹਿਣ ਲੱਗੇ ਬਾਹਰ ਜਾ ਕੇ, ਝੁਬਾਲ ਜਾ ਕੇ ਮਹਾਰਾਜ ਜੀਆਂ ਨੇ ਆਪਣੀ ਪੁੱਤਰੀ ਦਾ ਸੋ ਵਿਆਹ ਕੀਤਾ ਹੈ। ਸੇਵਾਦਾਰਾਂ ਨੂੰ ਬੇਨਤੀ ਹੈ, ਪ੍ਰਸ਼ਾਦ ਵਾਲੇ ਵੀਰਾਂ ਨੂੰ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਿਸ਼ ਕਰੋ। ਸੋ ਬੜੇ ਸ਼ੋਰ ਦੀ ਆਵਾਜ਼ ਅੰਦਰ ਆ ਰਹੀ ਹੈ, ਸੋ ਬੇਨਤੀ ਹੈ ਕਿ ਸੇਵਾਦਾਰ ਚੁੱਪ ਦਾ ਦਾਨ ਬਖਸ਼ਿਸ਼ ਕਰਨ। ਇਹ ਬੇਨਤੀ ਪ੍ਰਵਾਨ ਕਰੋ ਜੀ। ਲੁੱਟੀ ਵਸਤ ਧਨ ਗਨ ਤੇ ਲੀਨ। ਤੇ ਸਤਿਗੁਰੂ ਪਾਤਸ਼ਾਹ ਦੀਆਂ ਦੀ ਪੁੱਤਰੀ ਦਾ ਨਾਮ ਬੀਬੀ ਵੀਰੋ ਹੈ। ਬੀਬੀ ਵੀਰੋ ਜੀਆਂ ਦਾ ਵਿਆਹ ਫਿਰ ਅੰਮ੍ਰਿਤਸਰ ਨਹੀਂ, ਝੁਬਾਲ ਜਾ ਕੇ ਮਹਾਰਾਜ ਜੀਆਂ ਨੇ ਵਿਆਹ ਫੇਰੇ ਦਿੱਤੇ ਸਨ ਆਪਣੀ ਪੁੱਤਰੀ ਦੇ। ਤੇ ਜਿਹੜੀਆਂ ਘਰ ਵਿੱਚ ਵਸਤੂਆਂ ਤਿਆਰ ਕੀਤੀਆਂ ਸਨ ਉਹ ਸਾਰੀਆਂ ਲੁੱਟੀਆਂ ਪੁੱਟੀਆਂ ਗਈਆਂ। ਜੰਗ ਦੇ ਵਿੱਚ ਇੱਧਰ ਉੱਧਰ ਭਗਦੜ ਮਚ ਗਈ ਤੇ ਪਤਾ ਨਹੀਂ ਲੱਗਾ ਕੀ ਬਣਿਆ। ਇੱਕ ਵਾਰੀ ਕੀ ਹੋਇਆ, ਘਰ ਦੇ ਵਿੱਚ ਪੁੱਤਰੀ ਦਾ ਵਿਆਹ ਰੱਖਿਆ ਸੀ ਗੁਰੂ ਹਰਗੋਬਿੰਦ ਪਾਤਸ਼ਾਹ, ਤੇ ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਸਾਰੇ ਜਾਣੇ ਨਾ ਹਲਵਾਈ ਲਵਾ ਕੇ ਤੇ ਸਮਾਨ ਤਿਆਰ ਕਰਵਾਉਂਦੇ ਪਏ, ਮਠਿਆਈ ਬਣਦੀ ਪਈ। ਇੰਨੇ ਚਿਰ ਨੂੰ ਸੰਗਤਾਂ ਆ ਗਈਆਂ ਕਾਬਲ ਤੋਂ ਚੱਲ ਕੇ। ਸੰਗਤ ਨੂੰ ਭੁੱਖ ਲੱਗੀ ਹੈ ਤੇ ਪ੍ਰਸ਼ਾਦੇ ਦਾ ਇੰਤਜ਼ਾਮ ਹੋ ਨਹੀਂ ਸਕਦਾ ਉਸ ਵੇਲੇ। ਹੁਣ ਪ੍ਰਸ਼ਾਦਾ ਬਣਾਵਾਂਗੇ 2-3 ਘੰਟੇ ਲੱਗ ਜਾਣਗੇ। ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸੁਨੇਹਾ ਭੇਜਿਆ, ਸੇਵਾਦਾਰ ਨੂੰ ਕਹਿੰਦੇ ਜਾਓ ਘਰੇ ਜਾ ਕੇ ਸਾਡੀ ਪਤਨੀ ਨੂੰ ਕਹੋ ਜਿਹੜੀ ਮਠਿਆਈ ਬਰਾਤ ਵਾਸਤੇ ਬਣਾਈ ਹੈ ਟੋਕਰਿਆਂ 'ਚ ਭਰ ਕੇ ਇੱਥੇ ਸਾਡੇ ਕੋਲ ਭੇਜੋ। ਸੰਗਤ ਆਈ ਹੈ, ਸੰਗਤ ਨੂੰ ਭੁੱਖ ਲੱਗੀ ਹੈ, ਬਰਾਤ ਵਾਸਤੇ ਮਠਿਆਈ ਫਿਰ ਬਣ ਜਾਏਗੀ। ਜਦੋਂ ਸੇਵਾਦਾਰ ਗਿਆ ਤੇ ਮਾਤਾ ਜੀ ਕਹਿਣ ਲੱਗੇ ਸੰਗਤ ਨੂੰ ਤੇ ਪ੍ਰਸ਼ਾਦਾ ਘੰਟਾ ਲੇਟ ਵੀ ਮਿਲ ਜਾਏਗਾ ਤੇ ਕੋਈ ਗੱਲ ਨਹੀਂ, ਪਰ ਜੇ ਬਰਾਤੀਆਂ ਨੂੰ ਮਠਿਆਈ ਨਾ ਮਿਲੀ ਤੇ ਨਵਾਂ ਸਾਕ ਬਣਨਾ, ਨਵੀਂ ਰਿਸ਼ਤੇਦਾਰੀ ਬਣਨੀ ਹੈ, ਮੇਰੀ ਧੀ ਵਾਸਤੇ ਸਾਰੀ ਉਮਰ ਦਾ ਮਿਹਣਾ ਬਣ ਜਾਏਗਾ ਵੀ ਤੇਰੇ ਤੇ ਮਾਪਿਆਂ ਨੇ ਬਰਾਤ ਨੂੰ ਮਠਿਆਈ ਨਹੀਂ ਖਵਾਈ ਹੈ, ਇਸ ਕਰਕੇ ਮੈਂ ਮਠਿਆਈ ਨਹੀਂ ਦੇ ਸਕਦੀ, ਇਹ ਬਰਾਤੀਆਂ ਵਾਸਤੇ ਹੈ।
ਤੇ ਜਦੋਂ ਉਹ ਸੇਵਾਦਾਰ ਨੇ ਆ ਕੇ ਦੱਸਿਆ ਨਾ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ, ਪਾਤਸ਼ਾਹ ਜੀ ਮਾਤਾ ਜੀ ਇਹ ਗੱਲ ਕਹਿੰਦੇ ਵੀ ਬਰਾਤੀਆਂ ਵਾਸਤੇ ਮਠਿਆਈ ਹੈ, ਸੰਗਤ ਨੂੰ ਨਹੀਂ ਦਿੱਤੀ ਜਾਏਗੀ, ਪ੍ਰਸ਼ਾਦਾ ਹੀ ਤਿਆਰ ਕਰਕੇ ਛਕਾਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਖੋਂ ਸੁਭਾਵਕ ਹੀ ਬਚਨ ਨਿਕਲ ਗਿਆ। ਕਹਿਣ ਲੱਗੇ ਫਿਰ ਇਹ ਮਠਿਆਈ ਜਿਹੜੀ ਹੈ ਨਾ ਬਰਾਤੀ ਵੀ ਨਹੀਂ ਖਾਣਗੇ, ਇਹੋ ਜਿਹੀ ਭਗਦੜ ਮਚੇਗੀ, ਇਹੋ ਜਿਹਾ ਰੌਲਾ ਪਵੇਗਾ, ਇਹੋ ਜਿਹੀ ਅਸ਼ਾਂਤੀ ਫੈਲੇਗੀ, ਭਗਦਿਆਂ ਨੂੰ ਰਾਹ ਨਹੀਂ ਮਿਲੇਗਾ। ਤੇ ਜਦੋਂ ਇਹ ਬਚਨ ਫਿਰ ਮਾਤਾ ਜੀ ਨੂੰ ਪਤਾ ਲੱਗਾ, ਆ ਕੇ ਚਰਨ ਫੜੇ, ਮਹਾਰਾਜ ਬਚਨ ਵਾਪਸ ਲਓ, ਕਿਰਪਾ ਕਰੋ। ਸਤਿਗੁਰੂ ਕਹਿੰਦੇ ਹੁਣ ਤੇ ਜੋ ਹੋਣਾ ਉਹ ਹੋ ਗਿਆ, ਹੁਣ ਤੇ ਬਚਨ ਨਿਕਲ ਗਏ ਨੇ। ਫਿਰ ਉਹ ਬਚਨ ਮਹਾਰਾਜ ਜੀਆਂ ਦੇ ਪੂਰੇ ਇਸੇ ਤਰ੍ਹਾਂ ਹੀ ਹੋਏ। ਉਧਰੋਂ ਬੀਬੀ ਵੀਰੋ ਦਾ ਵਿਆਹ ਰੱਖ ਲਿਆ, ਉਧਰੋਂ ਲਾਹੌਰ ਤੋਂ ਫੌਜ ਚੜ੍ਹ ਕੇ ਆ ਗਈ। ਫੌਜ ਦੇ ਨਾਲ ਜੰਗ ਕਰਦਿਆਂ ਘਰ-ਬਾਰ ਢਹਿ ਗਿਆ, ਕੰਧਾਂ ਢਹਿ ਗਈਆਂ, ਮਠਿਆਈ ਵਾਲੇ ਭਾਂਡੇ ਕੁਝ ਮੂਧੇ ਵੱਜ ਗਏ, ਕੁਝ ਮੁਗਲ ਜਿਹੜੇ ਸਨ ਉਹ ਖਾ ਗਏ। ਤੇ ਆਪਣੀ ਸਪੁੱਤਰੀ ਦੇ ਫੇਰੇ ਜਾ ਕੇ ਫਿਰ ਝਬਾਲ ਦਿੱਤੇ ਸਨ। ਸੋ ਮਾਤਾ ਨਾਨਕੀ ਜੀ ਉਹਨਾਂ ਗੱਲਾਂ ਨੂੰ ਚੇਤੇ ਕਰਦੇ ਨੇ ਵੀ ਸਾਡੇ ਪਤੀ ਨੇ ਜੰਗ ਤੇ ਕੀਤੇ ਪਰ ਧੀ ਦਾ ਵਿਆਹ ਆਪਣੇ ਘਰ ਨਹੀਂ ਕਰ ਪਾਏ, ਬਾਹਰ ਜਾ ਕੇ ਕਰਨਾ ਪਿਆ। ਤੇ ਜੇ ਪੋਤਰੇ ਨੇ ਵੀ ਇਹੋ ਲੱਛਣ ਅਪਣਾਏ, ਉਹਨੂੰ ਫੋਨ ਕਰ ਲੈਣਾ ਬੜਿਓ। ਹੁਣ ਕਰਤਾਰਪੁਰੇ ਵੱਡ ਜੰਗ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਕਰਤਾਰਪੁਰ ਦੇ ਵਿੱਚ ਵੱਡਾ ਜੰਗ ਮਹਾਰਾਜ ਨੇ ਫਿਰ ਕੀਤਾ। ਬੇਨਤੀ ਤੇ ਇਹ ਹੈ ਕਿ ਆਖੀ ਦਾ ਫੋਨ ਸਾਇਲੈਂਟ ਕਰਕੇ ਆਓ, ਉਹਦੀ ਰਿੰਗ ਨਾ ਵੱਜੇ। ਤੇ ਆਪਾਂ ਤੇ ਬੈਠ ਕੇ ਗੱਲਾਂ ਕਰਦੇ ਪਏ, ਫਿਰ ਆਪਾਂ ਮੈਕ ਵੀ ਨਾਲ ਹੀ ਲੈ ਲਈਏ, ਸਾਰੇ ਜਾਣੇ ਸੁਣੀਏ ਤੇ ਸਹੀ ਵੀ ਕੀ ਗੱਲ ਹੋ ਰਹੀ ਹੈ। ਕਥਾ ਦੇ ਬਾਅਦ ਚ ਸੁਣ ਲਾਂਗੇ। ਪੜਿਓ। ਨਿਕਸੇ ਲੱਖੋਂ ਸ਼ਤਰਨ ਭੰਗ। ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਪਹਿਲਾ ਜੰਗ ਅੰਮ੍ਰਿਤਸਰ ਦਾ, ਦੂਜਾ ਜੰਗ ਹਰਗੋਬਿੰਦਪੁਰ ਦਾ, ਤੀਜਾ ਜੰਗ ਮਹਾਰਾਜ ਜੀਆਂ ਨੇ ਉਸ ਵੇਲੇ ਮਹਾਰਾਜ ਦੀ ਧਰਤੀ ਤੇ ਕੀਤਾ 35,000 ਦੀ ਫੌਜ ਦੇ ਨਾਲ। ਤੇ ਚੌਥਾ ਜੰਗ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤਾ, 75,000 ਦੀ ਫੌਜ ਨੂੰ ਮਹਾਰਾਜ ਨੇ ਇੱਥੇ ਮਾਰਿਆ। 4 ਜੰਗ ਕੀਤੇ ਪਾਤਸ਼ਾਹ ਜੀਆਂ ਨੇ। ਮਾਤਾ ਨਾਨਕੀ ਜੀ ਉਹਨਾਂ ਗੱਲਾਂ ਨੂੰ ਚੇਤੇ ਕਰਦੇ ਪਏ ਨੇ ਵੀ ਜੇ ਪੋਤਰੇ ਨੇ ਦਾਦੇ ਦੇ ਪੈਰਾਂ ਤੇ ਪੈਰ ਰੱਖੇ ਤੇ ਜੰਗ ਦੀ ਮੁਸੀਬਤ ਜਿਹੜੀ ਹੈ ਅੱਗੇ ਤੋਂ ਅੱਗੇ ਵੱਧਦੀ ਰਹਿਣੀ ਹੈ, ਇਹ ਮੁੱਕਣੀ ਨਹੀਂ ਹੈ। ਇਹ ਵੀ ਤਿੰਨ ਸਮਲੀਲਾ ਕਰਤੇ। ਤੇ ਇਹ ਸਾਡਾ ਪੋਤਰਾ ਹਾਲੇ ਤੇ ਛੋਟੀ ਉਮਰਾਂ ਦੇ ਵਿੱਚ ਹੀ ਹੈ, ਪਰ ਕੌਤਕ ਇਹਦੇ ਦਾਦੇ ਵਰਗੇ ਹੀ ਨੇ, ਕੰਮ ਦਾਦੇ ਵਰਗੇ ਕਰਦਾ ਹੈ। ਸ਼ਾਸਤਰਨ ਗਹਿ ਪਿਖ ਆਨੰਦ ਤੇ ਜਦੋਂ ਸ਼ਾਸਤਰ ਫੜਦਾ ਹੱਥ ਵਿੱਚ ਬੜਾ ਖੁਸ਼ ਹੁੰਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੱਥ ਵਿੱਚ ਸ਼ਾਸਤਰ ਆ ਜਾਂਦਾ ਨਾ ਤੇ ਬੜੇ ਖੁਸ਼ ਹੁੰਦੇ ਉਸ ਵੇਲੇ ਸ਼ਾਸਤਰ ਨੂੰ ਹੱਥ ਵਿੱਚ ਫੜ ਕੇ। ਹੋਏ ਤਰਨ ਬਹੁ ਪਾਏ ਪ੍ਰਤਾਪੇ। ਮਾਤਾ ਜੀ ਸੋਚਦੇ ਪਏ ਜਦੋਂ ਜਵਾਨ ਹੋਵੇਗਾ ਤੇ ਇਹਨਾਂ ਦਾ ਪ੍ਰਤਾਪ ਉਸ ਵੇਲੇ ਵੱਧ ਜਾਣਾ ਹੈ। ਸ਼ੀਲ ਪਿਤਾਮਾ ਸਮ ਹੋਏ ਜਾਪੇ। ਤੇ ਇਹਨਾਂ ਦਾ ਸੁਭਾਅ ਦਾਦੇ ਵਰਗਾ ਹੀ ਹੈ। ਦਾਦੇ ਨੇ 4 ਜੰਗ ਕੀਤੇ, ਪਤਾ ਨਹੀਂ ਪੋਤਰਾ ਕਿੰਨੇ ਕਰੇਗਾ। ਦਾਦੇ ਨੇ 4 ਜੰਗ ਕੀਤੇ, ਪੋਤਰੇ ਨੇ 14 ਜੰਗ ਕੀਤੇ। ਪਰ ਇਹ ਤੇ ਆਉਣ ਵਾਲੇ ਸਮੇਂ ਵਿੱਚ ਹੋਣਗੇ ਨਾ, ਆਉਣ ਵਾਲੇ ਸਮੇਂ ਦਾ ਕਿਹਨੂੰ ਕੀ ਪਤਾ। ਪਿੱਛੇ ਬਚਨ ਇਹ ਆਇਆ ਸੀ ਵੀ ਮਾਤਾ ਨਾਨਕੀ ਜੀ ਡਰਦੇ ਪਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਗੋਬਿੰਦ ਰਾਏ ਜੀਆਂ ਦੇ ਸੁਭਾਅ ਨੂੰ ਵੇਖ ਕੇ ਵੀ ਦਾਦੇ ਦੇ ਪੈਰਾਂ ਤੇ ਪੈਰ ਰੱਖਦੇ। ਉਹਨਾਂ ਨੇ ਅੰਮ੍ਰਿਤਸਰ ਦਾ ਜੰਗ ਕੀਤਾ ਤੇ ਅੰਮ੍ਰਿਤਸਰ ਛੱਡਣਾ ਪਿਆ। ਮੁੜ ਕੇ 4 ਜੰਗ ਕੀਤੇ, ਕਦੇ ਕਿਸ ਪਿੰਡ ਕਦੇ ਕਿਸ ਪਿੰਡ ਸਾਨੂੰ ਰਹਿਣਾ ਪਿਆ। ਜੇ ਹੁਣ ਇਹ ਗੋਬਿੰਦ ਰਾਏ ਜੀ ਵੀ ਜੰਗ ਵਾਲੇ ਪਾਸੇ ਚੱਲ ਪਏ ਤੇ ਕੀ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਬਣੇਗਾ। ਤੇਜ ਚਪਲਤਾ ਪਿਖ ਪਿਖ ਨੀਤ। ਸਤਿਗੁਰੂ ਪਾਤਸ਼ਾਹ ਜੀਆਂ ਦਾ ਤੇਜ ਪ੍ਰਤਾਪ ਅਤੇ ਚੰਚਲਤਾਈ ਜਿਹੜੀ ਹੈ ਨਾ ਸਰੀਰ ਦੇ ਅੰਗਾਂ ਦੀ ਫੁਰਤੀ, ਉਸ ਨੂੰ ਵੇਖ ਵੇਖ ਕੇ ਤਉ ਆਨੰਦਤ ਅੱਛਾ ਚੀਤ। ਪਰ ਮਾਤਾ ਜੀ ਖੁਸ਼ ਵੀ ਬੜੇ ਨੇ ਵੀ ਸਾਡੇ ਪੁੱਤਰ ਦਾ ਬਹੁਤ ਤੇਜ ਪ੍ਰਤਾਪ ਹੈ ਅਤੇ ਚੰਚਲਤਾਈ ਹੈ, ਬੜੀ ਫੁਰਤੀ ਹੈ ਸਰੀਰ ਦੇ ਵਿੱਚ। ਇਹ ਗੱਲਾਂ ਵੇਖ ਕੇ ਖੁਸ਼ ਵੀ ਹੁੰਦੇ ਹਨ। ਚਿਰੰਕਾਲ ਕੀ ਚਾਹਤ ਪੋਤਾ। ਸੋ ਮਾਤਾ ਜੀ ਲੰਮੇ ਸਮੇਂ ਤੋਂ ਪੋਤਰੇ ਦੀ ਇੱਛਾ ਰੱਖਦੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਸਨ ਮਾਤਾ ਨਾਨਕੀ ਜੀਆਂ ਨੂੰ। ਜਦੋਂ ਬੇਨਤੀ ਕੀਤੀ ਨਾ ਮਹਾਰਾਜ ਸਾਨੂੰ ਵੀ ਸੱਚਖੰਡ ਚੱਲਿਓ, ਨਾਲ ਹੀ ਲੈ ਚੱਲੋ, ਕੀਰਤਪੁਰ ਸਾਹਿਬ ਦੀ ਧਰਤੀ ਤੇ ਆਖਿਆ ਸੀ ਇਹ ਬਚਨ। ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਸੀ ਨਹੀਂ ਨਾਨਕੀ ਜੀ ਤੁਹਾਡੀ ਹਲੇ ਪ੍ਰਾਲਬਧ ਬਾਕੀ ਹੈ, ਤੁਸੀਂ ਪੋਤਰੇ ਦਾ ਮੂੰਹ ਵੇਖਣਾ, ਪੋਤਰੇ ਨੂੰ ਖੜਾ ਕੇ ਫਿਰ ਦੁਨੀਆ ਤੋਂ ਆਉਣਾ। ਪਰ ਇਸ ਗੱਲ ਦਾ ਇੰਤਜ਼ਾਰ ਕਰਦਿਆਂ ਕਈ ਸਾਲ ਮਾਤਾ ਨਾਨਕੀ ਜੀਆਂ ਨੂੰ ਲੱਗ ਗਏ। ਬੜੇ ਲੰਮੇ ਸਮੇਂ ਬਾਅਦ 30-35 ਸਾਲ ਬਾਅਦ ਜਾ ਕੇ ਕਿਤੇ ਅੱਜ ਪੋਤਰੇ ਦਾ ਮੂੰਹ ਵੇਖਿਆ ਹੈ। ਆਇਓ ਜਨ ਸਨੇਹ ਕੋ ਪੋਤਾ। ਤੇ ਇਸ ਕਰਕੇ ਮਾਤਾ ਜੀਆਂ ਨੇ ਇਹ ਜਿਹੜਾ ਪੋਤਾ ਪ੍ਰਾਪਤ ਕੀਤਾ ਹੈ ਨਾ, ਇਹ ਮੋਹ ਦਾ
ਪਿਆਰ ਦਾ ਖਜ਼ਾਨਾ ਹੀ ਮਾਤਾ ਜੀ ਨੂੰ ਮਿਲਿਆ ਹੈ। ਸੋਹਤ ਚਾਰੂ ਚੀਰ ਸਰੀਰ, ਬੜੇ ਬੜੇ ਸੋਹਣੇ ਬਸਤਰ ਗੋਬਿੰਦ ਰਾਏ ਜੀਆਂ ਦੇ ਸਰੀਰ ਦੇ ਉੱਪਰ ਸ਼ੋਭਾ ਪਾਉਂਦੇ ਹਨ। ਜੇਵਰ ਜੇਬ ਜਵਾਹਰ ਹੀ, ਬੜੇ ਸੋਹਣੇ ਗਹਿਣੇ ਘੜ ਘੜ ਕੇ ਮਾਤਾ ਜੀ ਕਢਵਾ ਕੇ ਸੁਨਿਆਰੇ ਦੇ ਕੋਲੋਂ ਬਣਵਾ ਕੇ ਸੋਹਣੇ ਗਹਿਣੇ ਆਪਣੇ ਪੁੱਤਰੇ ਦੇ ਗਲ ਵਿੱਚ ਪਾਉਂਦੇ ਹਨ। ਦਿਨ ਮਹਿ ਅਨਕ ਖੇਲ ਵਿਚਰਨ ਤੇ, ਤੇ ਸਤਿਗੁਰੂ ਪਾਤਸ਼ਾਹ ਜੀ ਦਿਨ ਵੇਲੇ ਕਈ ਤਰ੍ਹਾਂ ਦੀਆਂ ਖੇਡਾਂ ਤੇ ਕੌਤਕ ਬੱਚਿਆਂ ਨਾਲ ਕਰਦੇ ਹਨ। ਸ਼ਾਹਨ ਕੇ ਸਿਸ ਆਨ ਵਿਲਨ ਇੱਥੋਂ ਦੇ ਜਿਹੜੇ ਸ਼ਾਹੂਕਾਰ ਨੇ ਨਾ ਪਟਨਾ ਸਾਹਿਬ ਦੀ ਧਰਤੀ ਤੇ ਜਿਹੜੇ ਧਨੀ ਲੋਕ ਨੇ, ਉਹਨਾਂ ਦੇ ਬੱਚੇ ਤਿਆਰ ਹੋ ਕੇ ਮਹਾਰਾਜ ਦੇ ਵਾਂਗ ਸੋਹਣੇ ਸੋਹਣੇ ਕੱਪੜੇ ਪਾ ਕੇ ਸਤਿਗੁਰਾਂ ਦੇ ਨਾਲ ਖੇਡਣ ਵਾਸਤੇ ਆਉਂਦੇ ਹਨ। ਹੋਤ ਸਰਬਰੀ ਸਦਨ ਤੇ ਸਿਧਾਵੇ, ਜਦੋਂ ਰਾਤ ਪੈਂਦੀ ਹੈ ਉਹ ਬੱਚੇ ਆਪੋ ਆਪਣੇ ਘਰੇ ਚਲੇ ਜਾਂਦੇ, ਗੋਬਿੰਦ ਰਾਏ ਜੀ ਵੀ ਆਪਣੇ ਘਰੇ ਮਾਤਾ ਕੋਲ ਆ ਜਾਂਦੇ ਹਨ। ਮਾਤ ਪਿਤਨ ਢਿਗ ਗੁਰ ਗਨ ਗਾਵੇ, ਇਹ ਜਿਹੜੇ ਬੱਚੇ ਨੇ ਜਦੋਂ ਆਪਣੇ ਘਰਾਂ ਵਿੱਚ ਜਾਂਦੇ ਨਾ ਰਾਤ ਨੂੰ, ਤੇ ਆਪਣੇ ਮਾਤਾ ਪਿਤਾ ਨੂੰ, ਸ਼ਾਹੂਕਾਰਾਂ ਦੇ ਬੱਚੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਗੋਬਿੰਦ ਰਾਏ ਜੀਆਂ ਦੇ ਗੁਣ ਕਹਿ ਕੇ ਦੱਸਦੇ ਵੀ ਉਹਨਾਂ ਵਿੱਚ ਇਹ ਵੀ ਗੁਣ ਹਨ, ਇਹ ਵੀ ਗੁਣ ਹਨ। ਇਮ ਹਮ ਸੰਗ ਵਿਲਾਸਤ ਖੇਲ, ਸਤਿਗੁਰਾਂ ਦੇ ਪੁੱਤਰ ਸਾਡੇ ਨਾਲ ਇਸ ਤਰ੍ਹਾਂ ਕੌਤਕ ਕਰਦੇ, ਬਲ ਕੋ ਕਰਤ ਧਕੇਲਤ ਮੇਲ, ਤੇ ਉਹਨਾਂ ਵਿੱਚ ਬੜਾ ਬਲ ਹੈ, ਸਾਨੂੰ ਖਿੱਚ ਕੇ ਲੈ ਜਾਂਦੇ। ਬੱਚੇ ਆਪੋ ਆਪਣੇ ਮਾਂ-ਬਾਪ ਨੂੰ ਦੱਸਦੇ ਵੀ ਗੋਬਿੰਦ ਰਾਏ ਜੀਆਂ ਦਾ ਸਰੀਰ ਭਾਵੇਂ ਛੋਟਾ, ਜ਼ੋਰ ਬੜਾ, ਸਾਨੂੰ ਸਾਰਿਆਂ ਨੂੰ ਖਿੱਚ ਕੇ ਲੈ ਜਾਂਦੇ ਹਨ। ਮధుਰ ਅਚਨ ਕੀ ਵਸਤੂ ਤੇ ਠਾਨਾ, ਮਿੱਠੀਆਂ ਮਿੱਠੀਆਂ ਜਿਹੜੀਆਂ ਵਸਤੂਆਂ ਖਾਣ ਵਾਲੀਆਂ ਹਨ। ਆਨਤ ਸਿੱਖ ਕਰਤ ਬਹੁ ਤੇ ਖਾਨਾ, ਬਹੁਤ ਜ਼ਿਆਦੇ ਸਿੱਖ ਮਹਾਰਾਜ ਵਾਸਤੇ ਛਕਣ ਲਈ ਲੈ ਕੇ ਆਉਂਦੇ। ਸਭ ਕੋ ਕਰ ਹਿਤ ਨਿਕਟ ਤੇ ਬਿਠਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਸੁਭਾਅ ਵੰਡ ਕੇ ਖਾਣ ਵਾਲਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਦੇ ਵਾਰਸ ਬਣਨਾ ਨਾ ਵੰਡ ਕੇ ਖਾਣ ਵਾਲਾ ਸੁਭਾਅ ਹੈ। ਜਦੋਂ ਕੋਈ ਸੰਗਤ ਵਿੱਚੋਂ ਬੰਦਾ ਕੋਈ ਸੋਹਣਾ ਜਿਹਾ ਪਦਾਰਥ ਬਣਾ ਕੇ ਗੋਬਿੰਦ ਰਾਏ ਜੀਆਂ ਨੂੰ ਭੇਟਾ ਕਰਦਾ ਨਾ ਵੀ ਮਹਾਰਾਜ ਜੀ ਛਕੋ, ਤੇ ਗੋਬਿੰਦ ਰਾਏ ਜੀ ਇਕੱਲੇ ਨਹੀਂ ਛਕਦੇ, ਆਪਣੇ ਸਾਥੀਆਂ ਨੂੰ ਆਵਾਜ਼ ਮਾਰਦੇ ਆ ਉਹ ਸਾਰੇ ਜਾਣੇ ਮਿਲ ਕੇ ਆਪਾਂ ਖਾਈਏ। ਸਾਰੇ ਬੱਚੇ ਮਿਲ ਕੇ ਉਹ ਬਣਿਆ ਹੋਇਆ ਭੋਜਨ ਲਿਆਂਦਾ ਗਿਆ ਸੰਗਤ ਵੱਲੋਂ ਭੋਜਨ ਛਕਦੇ, ਤੇ ਬੱਚੇ ਆਪਣੇ ਘਰਾਂ ਵਿੱਚ ਜਾ ਕੇ ਦੱਸਦੇ ਨੇ ਵੀ ਗੋਬਿੰਦ ਰਾਏ ਜੀ ਸਾਡੇ ਨਾਲ ਫਰਕ ਕੋਈ ਨਹੀਂ ਕਰਦੇ, ਤੇ ਸਾਨੂੰ ਆਪਣੇ ਨਾਲ ਬਿਠਾ ਕੇ ਛਕਾਉਂਦੇ ਹਨ। ਕਹਿ ਦੇਤ ਹਮੋ ਤ੍ਰਿਪਤਾਵੇ, ਤੇ ਅਸੀਂ ਆਖਦੇ ਨਹੀਂ ਬਸ ਅਸੀਂ ਰੱਜ ਗਏ ਆ, ਕਹਿੰਦੇ ਨਹੀਂ ਹੋਰ ਖਾਓ, ਇਸ ਤਰ੍ਹਾਂ ਕਹਿ ਕੇ ਸਾਨੂੰ ਬਹੁਤਾ ਖਿਲਾਉਂਦੇ ਹਨ। ਇਤਿਆਦਿਕ ਨਿਜ ਘਰ ਮੈਂ ਕਹੇ, ਇਤਿਆਦਿਕ ਕਈ ਗੱਲਾਂ ਮਹਾਰਾਜ ਦੀਆਂ ਵਡਿਆਈਆਂ ਜਿਹੜੀਆਂ ਨੇ ਬੱਚੇ ਆਪਣੇ ਘਰ ਵਿੱਚ ਜਾ ਕੇ ਕਰਦੇ ਹਨ। ਸੁਨਤ ਸੰਬੰਧੀ ਆਨੰਦ ਲਹੈ, ਤੇ ਜਿਹੜੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਸੁਣ ਕੇ ਬੜਾ ਆਨੰਦ ਪ੍ਰਾਪਤ ਕਰਦੇ ਹਨ। ਸਤਗੁਰ ਕੋ ਨਿਤ ਮਾਤ ਬਡੇਰੀ, ਤੇ ਸਤਿਗੁਰਾਂ ਦੀ ਵੱਡੀ ਮਾਤਾ ਨਾਨਕੀ ਜੀ ਕਹਿ ਬਿਠਾਏ ਢਿਗ ਕਹਿ ਬਹੁ ਤੇ ਬੇਰੀ, ਗੋਬਿੰਦ ਰਾਏ ਜੀਆਂ ਨੂੰ ਆਪਣੇ ਪੋਤਰੇ ਨੂੰ ਆਪਣੀ ਗੋਦੀ ਵਿੱਚ ਬਿਠਾ ਲੈਂਦੇ। ਮਾਤਾ ਨਾਨਕੀ ਜੀ ਪੋਤਰੇ ਦੇ ਨਾਲ ਬੜਾ ਲਾਡ ਕਰਦੇ, ਬੜਾ ਪਿਆਰ ਕਰਦੇ ਹਨ। ਅਸਨ ਅਨਕ ਭਾਂਤਨ ਕੇ ਕਰ ਅਨੇਕ ਤਰ੍ਹਾਂ ਦਾ ਭੋਜਨ, ਕਿਉਂਕਿ ਮੂਲ ਦੇ ਨਾਲੋਂ ਪਿਆਰਾ ਵਿਆਜ ਹੋ ਜਾਂਦਾ ਹੈ ਨਾ, ਪੁੱਤਰ ਦੇ ਨਾਲੋਂ ਪਿਆਰਾ ਪੋਤਰਾ ਹੋ ਜਾਂਦਾ ਹੈ। ਤੇ ਮਾਤਾ ਜੀ ਅਨੇਕ ਤਰ੍ਹਾਂ ਦੇ ਭੋਜਨ ਬਣਾ ਕੇ ਆਪਣੇ ਪੋਤਰੇ ਨੂੰ ਛਕਾਉਂਦੇ ਹਨ। ਕੋਖਨ ਹਿਤ ਅਚਪਾਵਤ ਧਰ ਤੇ ਕਹਿ ਕੇ ਪਾਲਦੇ ਨੇ, ਕਹਿ ਕੇ ਖਿਲਾਉਂਦੇ ਨੇ। ਜੇ ਗੋਬਿੰਦ ਰਾਏ ਜੀ ਕਿਤੇ ਕਹਿ ਵੀ ਦੇਣ ਵੀ ਆਹ ਚੀਜ਼ ਨਹੀਂ ਖਾਣੀ ਹੈ, ਨਹੀਂ ਪੁੱਤਰ ਜੀ ਥੋੜੀ ਖਾ ਲਵੋ, ਇਸ ਤਰ੍ਹਾਂ ਕਹਿ ਕੇ ਮਾਤਾ ਨਾਨਕੀ ਜੀ ਬਦੋ ਬਦੀ ਮੂੰਹ ਦੇ ਵਿੱਚ ਚੂਰੀ ਕੁੱਟ ਕੇ ਪਾਉਂਦੇ ਹਨ। ਚਹਤਰ ਦੇ ਬਲ ਪੁਸ਼ਟ ਵਿਸਾਲਾ, ਮਾਤਾ ਜੀ ਵੀ ਚਾਹੁੰਦੇ ਨੇ ਵੀ ਸਾਡਾ ਪੋਤਰਾ ਬਹੁਤ ਬਲ ਵਾਲਾ, ਤਾਕਤ ਵਾਲਾ ਹੋਣਾ ਚਾਹੀਦਾ ਹੈ। ਬਨੈ ਤਰਨ ਦੁੱਤ ਦੇਖਤ ਜਾਲਾ, ਜਦੋਂ ਜਵਾਨ ਹੋਵੇਗਾ ਸਾਡਾ ਪੋਤਰਾ, ਇਹਦੀ ਛਾਤੀ ਚੌੜੀ ਹੋਵੇ, ਡੌਲੇ ਇਹਦੇ ਬਲ ਵਾਲੇ, ਜ਼ੋਰ ਵਾਲੇ ਹੋਣ, ਤੇ ਇਹਦੇ ਚੜ੍ਹਦੀ ਜਵਾਨੀ ਨੂੰ ਦੁਨੀਆ ਵੇਖ ਕੇ ਆਸ਼ ਕਰ ਉੱਠੇ, ਇਸ ਤਰ੍ਹਾਂ ਦਾ ਸਾਡੇ ਪੋਤਰੇ ਵਿੱਚ ਬਲ ਹੋਣਾ ਚਾਹੀਦਾ ਹੈ। ਨਿਸਮਹਿ ਰੁਚਰ ਪੰਗੂਰਾ ਡਰ, ਤੇ ਉਸ ਵੇਲੇ ਰਾਤ ਨੂੰ ਸੌਣ ਵਾਸਤੇ ਸੋਹਣਾ ਪੰਘੂੜਾ ਤਿਆਰ ਕਰਕੇ ਰੱਖਿਆ ਜਾਂਦਾ ਹੈ। ਆਸਤਰਨ ਸੋ ਬਿਸਦ ਤੇ ਸੁਧਾਰੈ, ਚਿੱਟੇ ਰੰਗ ਦੇ ਬਸਤਰ ਉਸ ਪੰਘੂੜੇ ਦੇ ਉੱਪਰ ਵਿਛਾਏ ਜਾਂਦੇ ਹਨ। ਸੁਪਤਾਵੈ ਨਿਜ ਨਿਕਟ ਨਿਹਾਰ, ਉਸ ਵੇਲੇ ਮਾਤਾ ਜੀ ਗੋਬਿੰਦ ਰਾਏ ਜੀਆਂ ਨੂੰ ਪੰਘੂੜੇ ਵਿੱਚ ਲੰਮਾ ਪਾ ਕੇ ਤੇ ਕੋਲ ਹੀ ਆਪਣਾ ਮੰਜਾ ਢਾ ਲੈਂਦੇ, ਮੰਜੇ ਤੇ ਆਪ ਪੈ ਰਹਿੰਦੇ, ਤੇ ਨਾਲੇ ਪੰਘੂੜਾ ਹਿਲਾਉਂਦੇ, ਨਾਲੇ ਸਾਰੀ ਰਾਤ ਆਪਣੇ ਪੋਤਰੇ ਵੱਲ ਤੱਕਦੇ ਰਹਿੰਦੇ ਹਨ। ਨੁਖਾ ਸੰਗ ਗੁਣ ਬ੍ਰਿੰਦ ਉਚਾਰ, ਤੇ ਇਸੇ ਤਰ੍ਹਾਂ ਆਪਣੀ ਨਹੁੰ ਦੇ ਨਾਲ, ਮਾਤਾ ਗੁਜਰੀ ਜੀਆਂ ਦੇ ਨਾਲ ਮਾਤਾ ਨਾਨਕੀ ਜੀ ਕਈ ਗੁਣ ਗੋਬਿੰਦ ਰਾਏ ਜੀਆਂ ਦੇ ਕਹਿ ਕੇ ਆਪਸ ਵਿੱਚ ਗੱਲਾਂ ਕਰਦੇ ਹਨ। ਸੁਨ ਗੁਜਰੀ ਸਾਸੂ ਕੇ ਬੈਨ, ਉਸ ਵੇਲੇ ਮਾਤਾ ਗੁਜਰੀ ਜੀ ਆਪਣੀ ਸੱਸ ਦੇ ਬਚਨ, ਮਾਤਾ ਨਾਨਕੀ ਜੀ ਸੱਸ ਲੱਗਦੇ ਨੇ, ਆਪਣੀ ਸੱਸ ਦੇ ਬਚਨ ਜਦੋਂ ਸੁਣਦੇ ਮਾਤਾ ਗੁਜਰੀ ਜੀ, ਬੰਦਤ ਗੁਰਨ ਮੂੰਦ ਕਰਨੈ, ਉਸ ਵੇਲੇ ਆਪਣੇ ਨੇਤਰ ਬੰਦ ਕਰਕੇ ਮਾਤਾ ਗੁਜਰੀ ਜੀ ਗੁਰੂ ਨਾਨਕ ਸਾਹਿਬ ਜੀਆਂ ਨੂੰ ਨਮਸਕਾਰ ਕਰਦੇ ਹਨ। ਸ਼੍ਰੀ ਨਾਨਕ ਕੋ ਸਿਮਰਨ ਕਰੈ, ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਦੇ, ਮੋ ਸੁਤ ਕੀ ਰਚਿਆ ਨਿਤ ਧਰੈ, ਬੇਨਤੀ ਕਰਦੇ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀਓ
ਇੱਕੋ ਇੱਕ ਪੁੱਤਰ ਮਿਲਿਆ ਬੜੇ ਲੰਮੇ ਸਮੇਂ ਬਾਅਦ। ਕਿਰਪਾ ਕਰਕੇ ਇਹਦੀ ਰੱਖਿਆ ਕਰਿਓ, ਇਹਦੇ ਸਿਰ ਤੇ ਹੱਥ ਰੱਖਣਾ ਕਰਿਓ। ਭੁਖਨ ਪਾਲਨ ਅਨਕ ਬੇਦਨ ਤੇ, ਅਨੇਕ ਤਰ੍ਹਾਂ ਦਾ ਪਾਲਣ ਪੋਸ਼ਣ ਖਾਣਾ ਪੀਣਾ ਮਾਤਾ ਜੀ ਕਰਵਾਉਂਦੇ। ਦੂਰ ਨਾ ਹੋਵਨ ਦੇਤ ਚਖਨ ਤੇ ਤੇ, ਕਦੇ ਆਪਣੇ ਅੱਖਾਂ ਤੋਂ ਦੂਰ ਨਹੀਂ ਹੋ ਦਿੰਦੇ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਗੋਬਿੰਦ ਰਾਏ ਜੀਆਂ ਨੂੰ ਕਦੇ ਦੂਰ ਨਹੀਂ ਜਾਣ ਦਿੰਦੇ। ਜੇ ਘਰੋਂ ਬਾਹਰ ਖੇਡਣ ਵਾਸਤੇ ਵੀ ਜਾਣਾ ਹੈ ਤੇ ਮਾਮਾ ਜੀ ਦੀ ਪੱਕੀ ਡਿਊਟੀ ਲੱਗੀ ਹੈ ਕਿਰਪਾਲ ਚੰਦ ਜੀਆਂ ਦੀ, ਵੀ ਤੁਸੀਂ ਨਾਲ ਹੀ ਜਾਣਾ ਬੱਚੇ ਦੇ ਬਾਹਰ, ਤੇ ਧਿਆਨ ਰੱਖਣਾ ਖੇਡਦਿਆਂ ਵੀ ਕਿ ਕੋਈ ਬੱਚਾ ਸ਼ੈਤਾਨੀ ਨਾ ਕਰੇ, ਕੋਈ ਹਰਕਤ ਨਾ ਕਰੇ, ਇਹਨਾਂ ਦੇ ਨਾਲ ਕੋਈ ਵਾਧਾ ਨਾ ਕਰੇ। ਜੇ ਬਾਹਰ ਖੇਡਣ ਵਾਸਤੇ ਜਾਣਾ ਤੇ ਮਾਮਾ ਜੀ ਨਾਲ ਜਾਂਦੇ, ਜੇ ਘਰੇ ਖੇਡਦੇ ਤੇ ਆ ਮਾਤਾਵਾਂ ਧਿਆਨ ਰੱਖਦੀਆਂ ਹਨ। ਦੇਖਤ ਰਹਿ ਪ੍ਰੇਮ ਕਰ ਭਾਰਾ, ਤੇ ਬੜੇ ਪ੍ਰੇਮ ਦੇ ਨਾਲ ਦੇਖਦੇ ਹਨ। ਜਿਮ ਪੰਨੰਗ ਨਿਜ ਮਨ ਸੰਭਾਰਾ। ਕਵੀ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜਿਹੜਾ ਮਣੀ ਵਾਲਾ ਸੱਪ ਹੁੰਦਾ ਨਾ, ਸਾਰਿਆਂ ਸੱਪਾਂ ਦੇ ਸਿਰ ਵਿੱਚ ਮਣੀ ਨਹੀਂ ਹੁੰਦੀ ਹੈ। ਕਿਸੇ ਕਿਸੇ ਸੱਪ ਦੇ ਇੱਛਾਧਾਰੀ ਦੇ ਕੋਲ ਮਣੀ ਹੁੰਦੀ ਹੈ, ਪਰ ਉਹ ਸੱਪ ਜਿਹੜਾ ਨਾ ਮਣੀ ਨੂੰ ਬੜਾ ਸਾਂਭ ਕੇ ਰੱਖਦਾ, ਕਦੇ ਆਪਣੇ ਤੋਂ ਦੂਰ ਨਹੀਂ ਕਰਦਾ। ਤੇ ਜਦੋਂ ਚੰਦਰਮਾ ਦੀ ਰਾਤ ਹੁੰਦੀ ਹੈ ਉਦੋਂ ਮਣੀ ਨੂੰ ਬਾਹਰ ਕੱਢ ਕੇ ਤੇ ਸੱਪ ਉਹਦੇ ਨਾਲ ਖੇਡਦਾ ਹੈ, ਕਿਉਂਕਿ ਚੰਦਰਮਾ ਦੀਆਂ ਕਿਰਨਾਂ ਜਦੋਂ ਮਣੀ ਤੇ ਪੈਂਦੀਆਂ ਉਹਦੇ ਵਿੱਚ ਅੰਮ੍ਰਿਤ ਚੋਂਦਾ ਤੇ ਫਿਰ ਚੱਟਦਾ ਆਪਣੀ ਜੀਭਾ ਦੇ ਨਾਲ। ਤੇ ਜਦੋਂ ਮਣੀ ਚਮਕਦੀ ਹੈ, ਜੇ ਕੋਈ ਮੱਛਰ ਮੱਖੀ ਉਹਦੇ ਨੇੜੇ ਆਉਂਦਾ ਤੇ ਉਹਨੂੰ ਖਾ ਕੇ ਆਪਣਾ ਪੇਟ ਵੀ ਭਰਦਾ, ਪਰ ਸੱਪ ਮਣੀ ਦੇ ਨਾਲ ਪਿਆਰ ਬਹੁਤ ਕਰਦਾ, ਆਪਣੇ ਤੋਂ ਦੂਰ ਨਹੀਂ ਜਾਣ ਦਿੰਦਾ, ਕਿਸੇ ਨੂੰ ਚੁੱਕਣ ਨਹੀਂ ਦਿੰਦਾ, ਕੋਈ ਲਿਜਾ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ। ਕਹਿਣ ਲੱਗੇ ਇਸੇ ਤਰ੍ਹਾਂ ਮਾਤਾ ਨਾਨਕੀ ਜੀ ਆਪਣੇ ਪੋਤਰੇ ਦਾ ਪੂਰਾ ਧਿਆਨ ਰੱਖਦੇ, ਹਰ ਵੇਲੇ ਉਹਦੇ ਵੱਲ ਆਪਣੀ ਨਿਗਾਹ ਰੱਖਦੇ ਹਨ। ਕਮਲ ਬਦਨ ਕੋ ਪ੍ਰਾਤ ਪਖਾਰੇ, ਤੇ ਇਸੇ ਤਰ੍ਹਾਂ ਮਹਾਰਾਜ ਦਾ ਮੁਖ ਹੈ ਕਮਲ ਦੇ ਫੁੱਲ ਵਰਗਾ, ਤੜਕੇ ਉੱਠ ਕੇ ਉਸ ਨੂੰ ਧੋਤਾ ਜਾਂਦਾ ਹੈ। ਨੀਰ ਉਸ਼ਨ ਕਰ ਮੱਜਨ ਧਾਰੈ, ਤੇ ਇਸੇ ਤਰ੍ਹਾਂ ਪਾਣੀ ਜਿਹੜਾ ਨਾ ਲੈ ਕੇ ਤੇ ਪਾਣੀ ਦੇ ਨਾਲ ਪਾਣੀ ਗਰਮ ਕਰਕੇ ਵੀ ਠੰਡਾ ਨਾ ਲੱਗੇ, ਕਿਉਂਕਿ ਮਹਾਰਾਜ ਦਾ ਅਵਤਾਰ ਠੰਡ ਵਿੱਚ ਹੋਇਆ ਨਾ, ਪੋਹ ਦੇ ਮਹੀਨੇ ਅਵਤਾਰ ਹੋਇਆ ਤੇ ਪੋਹ ਵਿੱਚ ਠੰਡ ਹੁੰਦੀ ਹੈ। ਠੰਡਾ ਮਹੀਨਾ ਜਾਣ ਕੇ ਪਾਣੀ ਗਰਮ ਕਰਕੇ ਹੱਥ ਪੈਰ ਧੋਤੇ ਜਾਂਦੇ ਹਨ। ਰੁੱਤ ਅਨੁਸਾਰੀ ਪਟ ਪਹਿਰਾਵਾ, ਜਿਹੋ ਜੀ ਰੁੱਤ ਹੁੰਦੀ ਹੈ, ਗਰਮੀ ਦੀ ਰੁੱਤ ਹੈ ਪਤਲੇ ਬਸਤਰ, ਸਰਦੀ ਦੀ ਰੁੱਤ ਹੈ ਤੇ ਮੋਟੇ ਬਸਤਰ ਜਿਹੜੇ ਨੇ ਗਲ ਵਿੱਚ ਪਵਾਏ ਜਾਂਦੇ ਹਨ। ਅਨਕ ਬਰਨ ਕੇ ਜਥਾ ਸੁਹਾਵੇ, ਅਨੇਕ ਤਰ੍ਹਾਂ ਦੇ ਕੱਪੜੇ, ਜਿਹੜੀ ਅੱਜ ਵਰਦੀ ਪਾਈ ਹੈ ਕੱਲ ਨੂੰ ਹੋਰ ਰੰਗ ਦੀ ਹੈ, ਅਗਲੇ ਦਿਨ ਹੋਰ ਰੰਗ ਦੀ ਹੈ। ਕਈ ਦਿਹਾੜੀ ਵਿੱਚ ਪੁਸ਼ਾਕਾਂ ਜਿਹੜੀਆਂ ਨੇ ਮਹਾਰਾਜ ਦੀਆਂ ਬਦਲੀਆਂ ਜਾਂਦੀਆਂ ਹਨ। ਹੈ ਰਹਿ ਉਰ ਮਹਿ ਲਗੈ ਨ ਡੀਠ। ਸੋ ਕਹਿਣ ਲੱਗੇ ਇਸੇ ਤਰ੍ਹਾਂ ਮਾਤਾ ਜੀ ਮਨ ਵਿੱਚ ਸੋਚਦੇ ਨੇ ਵੀ ਸਾਡੇ ਪੋਤਰੇ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਲੇਤ ਗੋਦ ਮਹਿ ਬਰਬਸ ਈਠ, ਤੇ ਇਸੇ ਤਰ੍ਹਾਂ ਬਦੋ ਬਦੀ ਫੜ ਕੇ ਆਪਣੇ ਪੋਤਰੇ ਨੂੰ ਗੋਦੀ ਵਿੱਚ ਬਿਠਾਉਂਦੇ, ਪਰ ਮਹਾਰਾਜ ਜੀ ਗੋਦੀ ਵਿੱਚੋਂ ਉੱਠ ਕੇ ਭੱਜ ਕੇ ਬਾਹਰ ਨੂੰ ਜਾਂਦੇ, ਬਦੋ ਬਦੀ ਖਿੱਚ ਕੇ ਬਿਰਧ ਮਾਤਾ ਜੀ ਆਪਣੀ ਗੋਦੀ ਵਿੱਚ ਬਿਠਾਉਂਦੇ ਹਨ। ਵਾਰਤ ਉਪਰ ਲੌਣ ਸੁਰਾਈ, ਤੇ ਉਸ ਵੇਲੇ ਆਪਣੇ ਬਾਲਕ ਦੇ ਉੱਪਰ ਦੀ ਕਦੇ ਲੌਂਗ ਵਾਰਦੇ, ਕਦੇ ਰੂੰ ਵਾਰਦੇ, ਕਾਹਦੇ ਵਾਸਤੇ ਵੀ ਨਜ਼ਰ ਨਾ ਲੱਗ ਜਾਵੇ, ਜਿਵੇਂ ਅੱਜ ਲੋਕ ਮਿਰਚਾਂ ਵਾਰਦੇ ਨੇ। ਇਸ ਤਰ੍ਹਾਂ ਦੇ ਸ਼ਗਨ ਮਾਤਾ ਜੀ ਕਰਦੇ ਵੀ ਸਾਡੇ ਪੋਤਰੇ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ। ਮੁਖ ਤੇ ਕਹਿ ਰਹਿ ਗੁਰੂ ਸਹਾਈ, ਤੇ ਨਾਲ ਹੀ ਕਹਿੰਦੇ ਨੇ ਗੁਰੂ ਪਾਤਸ਼ਾਹ ਸਾਡੇ ਪੋਤਰੇ ਦੀ, ਸਾਡੇ ਬੱਚੇ ਦੀ ਰੱਖਿਆ ਕਰਿਓ। ਇਸ ਤਰ੍ਹਾਂ ਵਾਰ-ਵਾਰ ਅਰਦਾਸਾਂ ਕਰਦੇ ਹਨ। ਖੇਲਨ ਹੇਤ ਅੰਕ ਤੇ ਦੌੜੈ, ਤੇ ਮਾਤਾ ਜੀ ਤੇ ਫੜ ਕੇ ਗੋਦੀ ਵਿੱਚ ਬਿਠਾਉਂਦੇ ਨੇ, ਪਰ ਗੋਬਿੰਦ ਰਾਏ ਜੀ ਖੇਡਣ ਵਾਸਤੇ ਦੌੜ ਕੇ ਗੋਦੀ ਦੇ ਵਿੱਚੋਂ, ਝੋਲੀ ਦੇ ਵਿੱਚੋਂ ਬਾਹਰ ਨੂੰ ਭੱਜ ਕੇ ਜਾਂਦੇ ਹਨ। ਮਿਲੈ ਬਾਲ ਕੇ ਹੋਏ ਕਠੌਰੈ, ਸਾਰੇ ਜਿਹੜੇ ਸ਼ਾਹੂਕਾਰਾਂ ਦੇ ਬੱਚੇ ਨੇ ਮਿਲ ਕੇ ਸਾਰੇ ਇਕੱਠੇ ਹੋ ਜਾਂਦੇ ਹਨ। ਮਾਤ ਦ੍ਰਿਸ਼ਟ ਮੈਂ ਰਖ ਵਿਚਰਾਵੇ, ਸੋ ਇਸ ਤਰ੍ਹਾਂ ਮਾਤਾ ਸਾਹਿਬ ਜੀ ਆਪਣੀ ਦ੍ਰਿਸ਼ਟੀ ਰੱਖਦੇ ਨੇ, ਧਿਆਨ ਰੱਖਦੇ ਨੇ, ਤੇ ਇਸ ਤਰ੍ਹਾਂ ਉਹਨਾਂ ਨੂੰ ਲਾਡ ਕਰਦੇ ਹਨ। ਅਨਕ ਪ੍ਰਕਾਰ ਬਰਜ ਠਹਿਰਾਵੇ, ਤੇ ਅਨੇਕ ਤਰ੍ਹਾਂ ਦੇ ਨਾਲ ਵਰਜਿਆ ਵੀ ਜਾਂਦਾ। ਕੁਝ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਬੱਚੇ ਨੂੰ ਨਹੀਂ ਪਤਾ, ਪਰ ਮਾਂ-ਬਾਪ ਰੋਕ ਦਿੰਦਾ ਇਹ ਕੰਮ ਨਹੀਂ ਕਰਨਾ। ਮਾਤਾ ਜੀ ਬੜਾ ਧਿਆਨ ਰੱਖਦੇ, ਗੋਬਿੰਦ ਰਾਏ ਜੀ ਨੂੰ ਵਰਦ ਦਿੰਦੇ ਕਈਆਂ ਗੱਲਾਂ ਤੋਂ ਵੀ ਆਹ ਕੰਮ ਨਹੀਂ ਕਰਨੇ ਹਨ। ਦੋਹਰਾ ਉਤਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ। ਗੁਰਮੁਖੋ ਇਹ ਕਥਾ ਤੇ ਹੈ ਪਟਨਾ ਸਾਹਿਬ ਦੀ, ਵੀ ਮਹਾਰਾਜ ਕਿਵੇਂ ਵੱਡੇ ਹੁੰਦੇ, ਸਰੀਰ ਕਿਵੇਂ ਵੱਧਦਾ ਪਿਆ। ਕਹਿਣ ਲੱਗੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਤਿਹਾਸ। ਮਹਾਰਾਜ ਬੰਗਾਲ ਦੀ ਧਰਤੀ ਤੇ ਗਏ, ਢਾਕਾ ਸ਼ਹਿਰ ਦੇ ਵਿੱਚ, ਉੱਥੇ ਨੇੜੇ ਤੇੜੇ ਇਲਾਕੇ ਦੇ ਵਿੱਚ ਨੇ ਮਹਾਰਾਜ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਜਦੋਂ ਪੁੱਤਰ ਪੈਦਾ ਹੋਇਆ, ਮਹਾਰਾਜ ਆ ਪਟਨਾ ਸਾਹਿਬ ਨਹੀਂ ਸਨ, ਉਸ ਵੇਲੇ ਬੰਗਾਲ ਗਏ ਹੋਏ, ਬੰਗਲਾਦੇਸ਼ ਗਏ ਹੋਏ। ਕਹਿਣ ਲੱਗੇ ਉਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਰ ਕਾਰਜ ਮਹਿ ਪਾਲ ਕੋ ਹਟੇ ਸੰਗ ਭਟ ਭੀਰ। ਤੇ ਰਾਜੇ ਦਾ ਕੰਮ ਹੋ ਗਿਆ। ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਵੀ ਔਰੰਗਜ਼ੇਬ ਨੇ ਰਾਮ ਸਿੰਘ ਨਾਮ ਦਾ ਰਾਜਾ ਭੇਜਿਆ ਸੀਗਾ ਬੰਗਾਲ ਨੂੰ ਜਿੱਤਣ ਵਾਸਤੇ, ਤੇ ਉਹ ਰਾਜ ਜਾਦੂ ਮੰਤਰ ਵਾਲਿਆਂ ਦਾ, ਟੂਣੇ ਤੰਤਰ ਵਾਲਿਆਂ ਦਾ ਹੈ। ਜਿਹੜਾ ਵੀ ਰਾਜਾ ਉੱਥੇ ਚੜ੍ਹ ਕੇ ਜਾਂਦਾ ਲੜਨ ਵਾਸਤੇ, ਉੱਥੋਂ ਮਰ ਕੇ ਹੀ ਵਾਪਸ ਆਉਂਦਾ।
ਤੇ ਇਹ ਜਿਹੜਾ ਰਾਮ ਸਿੰਘ ਰਾਜਾ ਸੀ ਇਹਦਾ ਪਰਿਵਾਰ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਇਆ ਵੀ ਸਤਿਗੁਰੂ ਤੁਸੀਂ ਨਾਲ ਜਾਓ, ਤੁਹਾਡੇ ਹੁੰਦਿਆਂ ਫਿਰ ਜੰਤਰ ਮੰਤਰ ਕੋਈ ਜ਼ੋਰ ਨਹੀਂ ਪਾਵੇਗਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਦੀ ਬੇਨਤੀ ਸੁਣ ਕੇ ਉਹਦੇ ਨਾਲ ਗਏ ਸਨ। ਤੇ ਜਿਨ੍ਹਾਂ ਲੋਕਾਂ ਨੇ ਜੰਤਰ ਮੰਤਰ ਕੀਤੇ ਉਹ ਸਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹੁੰਦਿਆਂ ਨਿਸਫਲ ਹੋ ਗਏ। ਤੇ ਰਾਮ ਸਿੰਘ ਰਾਜੇ ਦੀ ਜਿੱਤ ਹੋਈ ਤੇ ਮਹਾਰਾਜ ਨੇ ਦੋਨਾਂ ਰਾਜਿਆਂ ਨੂੰ ਜੰਗ ਨਹੀਂ ਕਰਨ ਦਿੱਤਾ, ਸਗੋਂ ਦੋਨਾਂ ਦੀਆਂ ਪੱਗਾਂ ਵਟਾ ਕੇ ਆਪਸ ਵਿੱਚ ਭਰਾ ਬਣਾ ਦਿੱਤਾ। ਹੁਣ ਜਿਹੜੇ ਕੰਮ ਵਾਸਤੇ ਬੰਗਲਾਦੇਸ਼ ਗਏ ਸਨ, ਬੰਗਾਲ ਦੇ ਵਿੱਚ ਗਏ ਸਨ, ਉਹ ਕਾਰਜ ਹੋ ਗਿਆ ਪੂਰਾ ਤੇ ਮਹਾਰਾਜ ਹੁਣ ਉੱਥੋਂ ਵਾਪਸ ਮੁੜਨ ਲੱਗੇ ਹਨ। ਚੌਪਈ ਅਨੇਕ ਪ੍ਰਕਾਰ ਗੁਰੂ ਕੀ ਸੇਵਾ। ਇਹ ਜਿਹੜਾ ਰਾਜਾ ਹੈ ਉੱਥੋਂ ਦੇ ਰਾਜੇ ਦਾ ਨਾਮ ਸੀ ਦ੍ਰਿਗਪਾਲ ਤੇ ਜਿਹੜਾ ਰਾਜਾ ਨਾਲ ਗਿਆ ਮਦਦ ਲੈ ਕੇ ਉਹਦਾ ਨਾਮ ਹੈ ਰਾਮ ਸਿੰਘ। ਇਹ ਦੋਨੇ ਰਾਜੇ ਮਹਾਰਾਜ ਦੀ ਸੇਵਾ ਕਰਦੇ ਹਨ। ਕਰਤ ਭਇਓ ਨਿਰਪ ਜਾਣਤ ਭੇਵਾ। ਤੇ ਰਾਜੇ ਨੇ ਜਾਣ ਲਿਆ ਮਹਾਰਾਜ ਦਾ ਪ੍ਰਤਾਪ ਤੇ ਭੇਦ ਪਾ ਲਿਆ ਵੀ ਇਹ ਤੇ ਨਿਰੰਕਾਰ ਨੇ, ਖੁਦਾ ਨੇ, ਪਰਮੇਸ਼ਰ ਨੇ। ਇਸ ਤਰ੍ਹਾਂ ਜਾਣ ਕੇ ਰਾਜਾ ਸੇਵਾ ਕਰਦਾ ਹੈ। ਦੇਸ਼ ਕਾਮਰੂ ਸਰਕਰ ਦੀਨਾ। ਤੇ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਰਾਮ ਸਿੰਘ ਦੀ ਮਦਦ ਕਰਕੇ ਰਾਜੇ ਦੀ, ਜੈਪੁਰ ਦਾ ਇਹ ਰਾਜਾ ਸੀ, ਇਹਦੀ ਮਦਦ ਕਰਕੇ ਬੰਗਾਲ ਨੂੰ ਉਸ ਵੇਲੇ ਜਿੱਤ ਲਿਆ ਹੈ। ਅਦਿਕ ਆਨੰਦਤ ਲਸ਼ਕਰ ਪੀਨਾ। ਤੇ ਸਾਰੀ ਫੌਜ ਬੜੀ ਖੁਸ਼ੀ ਦੇ ਸਮੇਤ ਆ ਵੀ ਜੰਗ ਕਰਨਾ ਨਹੀਂ ਪਿਆ, ਸਾਨੂੰ ਫੱਟੜ ਨਹੀਂ ਹੋਣਾ ਪਿਆ, ਸਾਨੂੰ ਮਰਨਾ ਨਹੀਂ ਪਿਆ, ਜਿੱਤ ਵੀ ਹੋਈ ਹੈ। ਸਾਰੀ ਫੌਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੰਮਤ ਕੇਤਕ ਤਹਾਂ ਬਤਾਏ। ਸਤਿਗੁਰਾਂ ਨੇ ਕਈ ਸਾਲ ਇੱਥੇ ਬਤੀਤ ਹੋ ਗਏ ਜਿਸ ਕੰਮ ਵਾਸਤੇ ਮਹਾਰਾਜ ਗਏ ਸਨ। ਫਤਿਹ ਲੈਨ ਕੀ ਬੰਬ ਵਜਾਏ। ਤੇ ਸਤਿਗੁਰਾਂ ਨੇ ਇੱਥੇ ਫਤਿਹ ਪ੍ਰਾਪਤ ਕੀਤੀ ਹੈ, ਜਿੱਤ ਵਜਾਈ ਹੈ। ਪਟਨੇ ਦੇਸ਼ ਕੋ ਕੂਚ ਕਰਾਏ। ਹੁਣ ਮਹਾਰਾਜ ਚੱਲ ਪਏ ਪਿੱਛੇ ਨੂੰ, ਕਹਿਣ ਲੱਗੇ ਚਲੋ ਭਾਈ ਹੁਣ ਪਟਨੇ ਨੂੰ ਚੱਲੀਏ, ਸਾਡੇ ਘਰ ਵਿੱਚ ਪਰਮੇਸ਼ਰ ਨੇ ਪੁੱਤਰ ਦੀ ਦਾਤ ਦਿੱਤੀ ਹੈ, ਅਸੀਂ ਜਾ ਕੇ ਉਹਨਾਂ ਨੂੰ ਵੀ ਮਿਲਣਾ ਹੈ। ਸਤਿਗੁਰੂ ਪਿੱਛੇ ਨੂੰ ਚੱਲੇ ਹਨ। ਬਿਸ਼ਨ ਸਿੰਘ ਰਾਜਾ ਹਰਖਾਏ। ਜਿਹੜਾ ਰਾਜਾ ਰਾਮ ਸਿੰਘ ਸੀ ਜੈਪੁਰ ਦਾ, ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਮੇਰਾ ਕਾਰਜ ਪੂਰਾ ਕੀਤਾ ਹੈ। ਸੰਗ ਗੁਰੂ ਕੋ ਚਾਹਿਓ ਪਿਆਨਾ। ਤੇ ਹੁਣ ਵੇਲੇ ਸਤਿਗੁਰਾਂ ਦੇ ਨਾਲ ਹੀ ਵਾਪਸ ਮੁੜਨਾ ਚਾਹੁੰਦਾ। ਮਹਾਰਾਜ ਵੀ ਪਟਨੇ ਨੂੰ ਆਉਣਾ ਚਾਹੁੰਦੇ ਤੇ ਇਹ ਵੀ ਆਉਣਾ ਚਾਹੁੰਦਾ। ਨਾਲ ਹੀ ਮਹਾਰਾਜ ਦੀ ਹੋਰ ਸੰਗਤ ਮਿਲ ਜਾਵੇ, ਹੋਰ ਸਮਾਂ ਮਿਲ ਜਾਵੇ ਨਾਲ ਰਹਿਣ ਵਾਸਤੇ, ਇਸ ਤਰ੍ਹਾਂ ਸੋਚਦਾ ਹੈ। ਬਾਜਾਂ ਆਗੇ ਬ੍ਰਿੰਦ ਨਿਸ਼ਾਨ। ਅਨੇਕ ਤਰ੍ਹਾਂ ਦੇ ਧੌਂਸੇ ਨਗਾਰੇ ਜਿਹੜੇ ਨੇ ਵੱਜ ਰਹੇ ਨੇ, ਰਾਜੇ ਦੀ ਫੌਜ ਚੱਲਣ ਲੱਗੀ ਹੈ। ਸਿਵਕਾ ਪਰ ਸ੍ਰੀ ਤੇਗ ਬਹਾਦਰ। ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਚੱਲਣ ਵਾਸਤੇ ਕਹਿੰਦੇ ਪਾਲਕੀ ਲੈ ਕੇ ਆਓ ਭਾਈ, ਅਸੀਂ ਪਾਲਕੀ ਵਿੱਚ ਬੈਠ ਕੇ ਚੱਲਾਂਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵਾਸਤੇ ਉਸ ਵੇਲੇ ਪਾਲਕੀ ਮੰਗਾਈ ਗਈ, ਮਹਾਰਾਜ ਉਹਦੇ ਵਿੱਚ ਬੈਠੇ ਹਨ। ਡ੍ਰਿਪ ਕਹਿ ਕਰ ਸੋ ਚੜਾਏ ਸਦ। ਰਾਜੇ ਨੇ ਬੜੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਵਾਰੀ ਆ ਗਈ ਹੈ, ਪਾਲਕੀ ਆ ਗਈ ਹੈ, ਕਿਰਪਾ ਕਰਕੇ ਵਿੱਚ ਬੈਠੋ। ਰਾਜੇ ਨੇ ਬੇਨਤੀ ਕਰਕੇ ਬਿਠਾਇਆ ਹੈ। ਕਰਤ ਮੱਜਲ ਪਰ ਮਜਲ ਸਦਾਈ। ਇਸ ਤਰ੍ਹਾਂ ਮਹਾਰਾਜ ਜੀ ਚਲਦਿਆਂ ਮੰਜ਼ਲਾਂ ਤੈਅ ਕਰਦਿਆਂ ਸਫ਼ਰ ਕਰਦਿਆਂ ਹੋਇਆ ਚਲਿਓ ਆਏ ਲਸ਼ਕਰ ਸਮੁਦਾਈ। ਤੇ ਨਾਲ ਫੌਜ ਹੈ, ਰਾਮ ਸਿੰਘ ਰਾਜਾ ਵੀ ਨਾਲ ਹੈ। ਫੌਜਾਂ ਦੇ ਸਮੇਤ ਮਹਾਰਾਜ ਤੁਰੇ ਆਉਂਦੇ ਹਨ। ਡੇਰਾ ਪਰੈ ਆਨ ਕਰ ਜਹਾਂ। ਜਿੱਥੇ ਮਹਾਰਾਜ ਡੇਰਾ ਕਰਦੇ ਹਨ। ਸੁਧ ਪਸਰੈ ਗੁਰ ਕੀ ਜੈ ਕਹਾਂ। ਤੇ ਸਤਿਗੁਰਾਂ ਦੀ ਖਬਰ ਨੇੜੇ ਤੇੜੇ ਦੇ ਪਿੰਡਾਂ ਵਿੱਚ ਪੈ ਜਾਂਦੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਰਹੇ ਨੇ। ਇਹ ਖਬਰ ਸੰਗਤਾਂ ਨੂੰ ਪਤਾ ਲੱਗਦੀ ਹੈ। ਸੰਗਤ ਮੁਦਤ ਹਿਰਦੈ ਚਲਿਆ। ਬੇਅੰਤ ਸੰਗਤਾਂ ਖੁਸ਼ ਹੋ ਕੇ ਚੱਲ ਕੇ ਆਉਂਦੀਆਂ। ਅਰਪ ਅਕੋਰਨ ਦਰਸ਼ਨ ਪਾਵੇ। ਸਤਿਗੁਰਾਂ ਨੂੰ ਭੇਟਾ ਰੱਖ ਕੇ ਦਰਸ਼ਨ ਕਰਦੀਆਂ ਹਨ। ਦਰਬ ਆਦ ਗਨਵਸਤ ਅਜਾਇਬ। ਸਤਿਗੁਰਾਂ ਦੇ ਅੱਗੇ ਕੋਈ ਮਾਇਆ ਲਿਆ ਕੇ ਚੜਾਉਂਦਾ, ਕੋਈ ਬਸਤਰ ਤੇ ਕੋਈ ਹੋਰ ਨਵੀਂ ਤੋਂ ਨਵੀਂ ਚੀਜ਼ ਅੱਗੇ ਲਿਆ ਕੇ ਰੱਖਦਾ ਹੈ। ਇਹ ਤ੍ਰਿਜਾਵਨ ਅਰਪੈ ਸਾਹਿਬ। ਸਤਿਗੁਰੂ ਸਾਡੇ ਤੇ ਖੁਸ਼ ਹੋ ਜਾਣ, ਇਸ ਵਾਸਤੇ ਸੰਗਤਾਂ ਲੈ ਕੇ ਆਉਂਦੀਆਂ ਹਨ। ਬੇਨਤੀ ਕਰੈ ਕਾਮਨਾ ਪੈ ਹੈ। ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਦੀਆਂ, ਮਹਾਰਾਜ ਆ ਚਾਹੀਦਾ, ਆ ਵਸਤੂ ਚਾਹੀਦੀ ਹੈ, ਜੋ ਕੁਝ ਮੰਗਦਾ ਉਹ ਪ੍ਰਾਪਤ ਹੁੰਦਾ ਹੈ। ਜਸ ਕੋ ਉਚਰਤ ਸਦਨ ਸਿਧੈ ਹੈ। ਸਤਿਗੁਰਾਂ ਦੇ ਜਸ ਕਰਦਿਆਂ ਵਡਿਆਈ ਕਰਦਿਆਂ ਸੰਗਤਾਂ ਆਪਣੋ ਆਪਣੇ ਘਰ ਨੂੰ ਤੁਰੀਆਂ ਜਾ ਰਹੀਆਂ। ਭਏ ਦੁਪਹਿਰੀ ਡੇਰਾ ਘਲ। ਜਿੱਥੇ ਦੁਪਹਿਰ ਪੈ ਜਾਂਦੀ ਹੈ ਨਾ, ਉੱਥੇ ਮਹਾਰਾਜ ਆਪਣਾ ਡੇਰਾ ਕਰਦੇ ਹਨ। ਹੋਰ ਹੋਤ ਮਾਰਗ ਦਲ ਚੱਲ। ਜਦੋਂ ਦਿਨ ਚੜ ਪੈਂਦਾ ਉਸ ਵੇਲੇ ਮਹਾਰਾਜ ਜੀ ਫਿਰ ਰਸਤੇ ਤੇ ਚੱਲ ਪੈਂਦੇ। ਪਾਸ਼ਲ ਜਾਮ ਰਹੇ ਦਿਨ ਥੋਰੀ। ਤੇ ਜਦੋਂ ਪਿਛਲਾ ਪਹਿਰ ਹੋ ਜਾਂਦਾ ਨਾ, ਸ਼ਾਮ ਪੈ ਜਾਂਦੀ, ਤਰਕਾਲਾ ਪੈ ਜਾਂਦੀ ਹੈ। ਬਿਸ਼ਨ ਸਿੰਘ ਆਵੇ ਗੁਰ ਓਰੇ। ਉਸ ਵੇਲੇ ਬਿਸ਼ਨ ਸਿੰਘ ਰਾਜਾ ਰੋਜ਼ ਹੀ ਮਹਾਰਾਜ ਦੇ ਕੋਲ ਆਉਂਦਾ। ਸਵੇਰੇ ਉੱਠ ਕੇ ਸਫ਼ਰ ਕਰਦੇ ਨੇ, ਜਿੱਥੇ ਦੁਪਹਿਰ ਪੈ ਜਾਂਦੀ ਉੱਥੇ ਟਿਕ ਜਾਂਦੇ ਵੀ ਹੁਣ ਦੁਪਹਿਰ ਹੋ ਗਈ ਹੈ, ਗਰਮੀ ਹੋ ਗਈ, ਹੁਣ ਨਹੀਂ ਚੱਲਣਾ। ਸ਼ਾਮਾਂ ਪੈਂਦੀਆਂ ਰਾਜਾ ਆ ਜਾਂਦਾ ਮਹਾਰਾਜ ਦੇ ਕੋਲ, ਦੀਵਾਨ ਸਾਜਦਾ, ਦੀਵਾਨ ਵਿੱਚ ਆ ਕੇ ਰਾਜਾ ਬੈਠਦਾ। ਇਸ ਤਰ੍ਹਾਂ ਸ਼ਾਮ ਦਾ ਸਮਾਂ ਲੰਘਦਾ। ਰਾਤ ਨੂੰ ਫਿਰ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਰਾਤ ਬਤੀਤ ਕਰਦੇ। ਅਗਲਾ ਦਿਨ ਚੜ੍ਹਦਾ, ਫਿਰ ਉਸੇ ਤਰ੍ਹਾਂ ਅੱਗੇ ਚੱਲ ਪੈਂਦੇ।
ਇਹ ਰੋਜ਼ ਦਾ ਕੰਮ ਹੈ, ਰੋਜ਼ ਇਸੇ ਤਰ੍ਹਾਂ ਮਹਾਰਾਜ ਸਫ਼ਰ ਕਰਦੇ ਹਨ। ਬੰਧਨ ਕਰੈ ਜੁਗਲ ਕਰ ਜੋਰ, ਤੇ ਇਹ ਰਾਜਾ ਆ ਕੇ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦਾ, ਬਿਨੈ ਬਖਾਨੈ ਚਰਨ ਤੇ ਨਿਹੋਰ, ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਬੇਨਤੀਆਂ ਕਰਦਾ ਹੈ। ਸਾਦਰ ਸਤਿਗੁਰ ਨਿਕਟ ਬਿਠਾਵੈ, ਸਤਿਗੁਰੂ ਪਾਤਸ਼ਾਹ ਜੀ ਬੜੇ ਸਨਮਾਨ ਦੇ ਨਾਲ ਇਸ ਰਾਜੇ ਨੂੰ ਕੋਲ ਬਿਠਾਉਂਦੇ ਹਨ। ਕਿਰਪਾ ਦ੍ਰਿਸ਼ਟ ਬਾਤਨ ਬਤਰਾਵੈ, ਤੇ ਸਤਿਗੁਰੂ ਪਾਤਸ਼ਾਹ ਜੀ ਮਿਹਰ ਦੀ ਨਜ਼ਰ ਵੀ ਕਰਦੇ ਨੇ ਤੇ ਕਈ ਤਰ੍ਹਾਂ ਦੇ ਚੰਗੇ ਬਚਨ ਬਲਾਸ ਮਹਾਰਾਜ ਦੇ ਨਾਲ ਕਰਦੇ ਹਨ। ਅਨੇਕ ਬਾਰ ਸਿੱਖ ਪਠੇ ਅਗਾਰੀ, ਤੇ ਸਤਿਗੁਰੂ ਪਾਤਸ਼ਾਹ ਨੇ ਕਈ ਸਿੱਖ ਭੇਜੇ ਹਨ। ਮਾਤ ਨਾਨਕੀ ਪ੍ਰੀਤ ਸੋ ਧਾਰੀ, ਸੋ ਮਾਤਾ ਨਾਨਕੀ ਜੀਆਂ ਨੇ ਇਹ ਆਪਣੇ ਪੁੱਤਰ ਦੇ ਪਿਆਰ ਦੇ ਵਿੱਚ, ਪੁੱਤਰ ਦੇ ਪ੍ਰੇਮ ਦੇ ਵਿੱਚ ਮਾਤਾ ਨਾਨਕੀ ਜੀਆਂ ਨੇ ਕਈ ਸਿੱਖ ਭੇਜੇ ਸਨ ਮਗਰ ਸੁਨੇਹਾ ਦੇ ਕੇ ਵੀ ਪੁੱਤਰ ਜੀ ਵਾਪਸ ਆ ਜਾਵੋ, ਘਰੇ ਆ ਜਾਵੋ, ਘਰੇ ਆ ਜਾਵੋ। ਕਈ ਸਿੱਖ ਵਾਰ-ਵਾਰ ਗਏ ਸੁਨੇਹਾ ਲੈ ਕੇ ਮਾਤਾ ਨਾਨਕੀ ਜੀਆਂ ਦਾ ਕਿ ਸਾਡੇ ਪੁੱਤਰ ਤੇਗ ਬਹਾਦਰ ਜੀਆਂ ਨੂੰ ਕਹੋ ਵੀ ਤੁਹਾਡੀ ਮਾਤਾ ਜੀ ਤੁਹਾਨੂੰ ਯਾਦ ਕਰਦੇ। ਇਸ ਤਰ੍ਹਾਂ ਕਈ ਸੁਨੇਹੇ ਮਾਤਾ ਜੀ ਨੇ ਪਟਨੇ ਸਾਹਿਬ ਤੋਂ ਲਾਏ ਹਨ। ਬਹੁਤਨ ਬਿਤੇ ਸੁਪੁੱਤਰ ਨਿਹਾਰਾ, ਸੋ ਆਪਣੇ ਪੁੱਤਰ ਨੂੰ ਵੇਖਿਆ ਬੜੇ ਦਿਨ ਮਾਤਾ ਨੂੰ ਬਤੀਤ ਹੋ ਗਏ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਕਦੇ ਦੂਰ ਨਹੀਂ ਰਹੇ। ਜਦੋਂ ਤੋਂ ਜਨਮ ਹੋਇਆ ਉਦੋਂ ਤੋਂ ਆਪਣੇ ਪੁੱਤਰ ਦੇ ਨਾਲ ਰਹੇ। ਕੀਰਤਪੁਰ ਸਾਹਿਬ ਛੱਡਿਆ ਤੇ ਪੁੱਤਰ ਦੇ ਨਾਲ ਹੀ ਆਏ ਇੱਥੇ ਬਾਬੇ ਬਕਾਲੇ ਦੀ ਧਰਤੀ ਤੇ। ਬਾਬੇ ਬਕਾਲੇ ਮਾਤਾ ਨਾਨਕੀ ਜੀਆਂ ਦਾ ਪੇਕਿਆਂ ਦਾ ਪਿੰਡ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਨਕਿਆਂ ਦਾ ਪਿੰਡ ਹੈ। ਇੱਥੇ ਜਿੰਨਾ ਸਮਾਂ ਰਹੇ ਪੁੱਤਰ ਦੇ ਨਾਲ ਰਹੇ। ਇੱਥੋਂ ਚੱਲ ਕੇ ਜਦੋਂ ਅਨੰਦਪੁਰ ਸਾਹਿਬ ਗਏ ਨਾਲ ਹੀ ਗਏ, ਅਨੰਦਪੁਰ ਸਾਹਿਬ ਤੋਂ ਚੱਲ ਕੇ ਹੁਣ ਪਟਨਾ ਸਾਹਿਬ ਨੂੰ ਗਏ ਨਾਲ ਹੀ ਗਏ, ਹਰ ਵੇਲੇ ਨਾਲ ਹੀ ਰਹੇ ਆਪਣੇ ਪੁੱਤਰ ਦੇ। ਐਤਕੀ ਪਹਿਲੀ ਵਾਰ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਇਕੱਲੇ ਬੰਗਾਲ ਨੂੰ ਗਏ ਨੇ। ਮਾਤਾ ਜੀ ਨੇ ਇੰਨਾ ਸਮਾਂ ਕਦੇ ਆਪਣੇ ਪੁੱਤਰ ਤੋਂ ਦੂਰ ਨਹੀਂ ਰਹਿਣਾ ਕੀਤਾ। ਇਸ ਕਰਕੇ ਵਾਰ-ਵਾਰ ਸੁਨੇਹੇ ਭੇਜਦੇ ਵੀ ਆ ਜਾਓ ਘਰੇ, ਤੁਹਾਡਾ ਮੂੰਹ ਵੇਖਿਆ, ਤੁਹਾਡਾ ਮੁਖ ਵੇਖਿਆ, ਦਰਸ਼ਨ ਕੀਤਿਆਂ ਬੜੇ ਦਿਨ ਬਤੀਤ ਹੋ ਗਏ ਹਨ। ਬਿਸ਼ਰ ਨਾ ਭਇਓ ਕਦਾਪ ਉਦਾਰਾ, ਕਿਉਂਕਿ ਇੰਨਾ ਕਦੇ ਪਹਿਲਾਂ ਵਿਛੋੜਾ ਨਹੀਂ ਪਿਆ ਜਿੰਨਾ ਹੁਣ ਲੰਮਾ ਸਮਾਂ ਹੋ ਗਿਆ ਹੈ। ਆਵਨ ਤੀਰਥ ਹਿਤ ਦਿਸ਼ ਪੂਰਵ, ਤੇ ਪਾਤਸ਼ਾਹ ਜੀ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਸੁਤ ਤੇ ਬਿਸ਼ਰੀ ਨਾਹਿਨ ਪੂਰਵ, ਮੈਂ ਪਹਿਲਾਂ ਨਹੀਂ ਕਦੇ ਵਿਛੜੇ। ਪਹਿਲਾਂ ਤੇ ਮਾਂ ਤੇ ਪੁੱਤਰ ਇਕੱਠੇ ਹੀ ਰਹੇ। ਆ ਪਹਿਲੀ ਵਾਰੀ ਹੈ ਵੀ ਮਹਾਰਾਜ ਨੇ ਆਖਿਆ ਵੀ ਤੀਰਥਾਂ ਦੇ ਦਰਸ਼ਨ ਕਰਨੇ ਬਹਾਨਾ ਲਾਇਆ ਤੇ ਇੱਥੇ ਤੀਰਥਾਂ ਤੇ ਆਉਂਦਿਆਂ ਫਿਰ ਅੱਗੋਂ ਰਾਜਾ ਨਾਲ ਲੈ ਕੇ ਚਲਾ ਗਿਆ। ਪਹਿਲੀ ਵਾਰੀ ਮੈਂ ਆਪਣੇ ਪੁੱਤਰ ਤੋਂ ਦੂਰ ਹੋਈ ਹਾਂ। ਪੌਤਰ ਪ੍ਰਤੀਖਨ ਧਾਰਤ ਔਰ ਮੈਂ, ਸੋ ਮਨ ਦੇ ਵਿੱਚ ਇੱਛਾ ਸੀ ਵੀ ਜਦੋਂ ਮੈਨੂੰ ਪੋਤਰੇ ਦੇ ਦਰਸ਼ਨ ਹੋਣਗੇ। ਬਿਸ਼ਰ ਰਹੀ ਬਸ ਪਟਨੇ ਪੁਰ ਮੈਂ, ਤੇ ਫਿਰ ਪੋਤਰੇ ਦੇ ਮੋਹ ਵਿੱਚ ਪੈ ਗਏ ਤੇ ਪਟਨਾ ਸਾਹਿਬ ਦੇ ਵਿੱਚ ਮਾਤਾ ਜੀਆਂ ਦਾ ਤਾਂ ਇੰਨਾ ਸਮਾਂ ਲੰਘ ਗਿਆ ਵੀ ਪੋਤਰੇ ਦੇ ਲਾਡ ਦੇ ਵਿੱਚ, ਉਹਨੂੰ ਖਿਡਾਉਣ ਵਿੱਚ, ਖਿਲਾਉਣ ਵਿੱਚ, ਤਿਆਰ ਕਰਨ ਵਿੱਚ, ਉਹਦੇ ਨਾਲ ਲਾਡ ਕਰਨ ਦੇ ਵਿੱਚ ਸਮਾਂ ਲੰਘਿਆ। ਇਸ ਕਰਕੇ ਮਾਤਾ ਜੀ ਨੇ ਇੰਨਾ ਲੰਮਾ ਸਮਾਂ ਜਿਹੜਾ ਪੁੱਤਰ ਦਾ ਵਿਛੋੜਾ ਤਾਂ ਕਰਕੇ ਵੇਖਿਆ ਹੈ। ਅਦਕ ਸਨੇਹ ਮਿਲਨ ਕੋ ਧਰਤੀ, ਹੁਣ ਮਾਤਾ ਜੀਆਂ ਦੇ ਵਿੱਚ ਬੜਾ ਸਨੇਹ ਪਿਆਰ ਹੈ ਆਪਣੇ ਪੁੱਤਰ ਨੂੰ ਮਿਲਣ ਵਾਸਤੇ। ਪਾਤੀ ਬ੍ਰਿੰਦ ਪਠਾਵਨ ਕਰਤੀ, ਅਨੇਕ ਤਰ੍ਹਾਂ ਦੀਆਂ ਚਿੱਠੀਆਂ ਵੀ ਮਾਤਾ ਜੀ ਨੇ ਭੇਜੀਆਂ ਮਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਜਲਦੀ ਆ ਜਾਓ। ਚਿੱਠੀਆਂ ਵੀ ਭੇਜੀਆਂ ਨੇ ਤੇ ਸਿੱਖ ਵੀ ਭੇਜਣਾ ਕੀਤੇ ਹਨ। ਬਾਰ-ਬਾਰ ਜਨਨੀ ਸੁਧ ਪਾਈ, ਉਸ ਵੇਲੇ ਮਾਤਾ ਜੀ ਵਾਰ-ਵਾਰ ਜਦੋਂ ਭੇਜਦੇ ਤੇ ਖਬਰ ਸਤਿਗੁਰਾਂ ਕੋਲ ਪਹੁੰਚਦੀ ਹੈ। ਚੱਲ ਸ਼੍ਰੀ ਤੇਗ ਬਹਾਦਰ ਰਾਏ, ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਤਾਂ ਹੀ ਤੁਰੇ ਨੇ ਆਪਣੀ ਮਾਤਾ ਦਾ ਸੁਨੇਹਾ ਵੇਖ ਕੇ। ਆਵਤ ਕੁਸ਼ਲ ਬੂਝ ਬਹੁ ਬਾਰੀ, ਤੇ ਉਸ ਵੇਲੇ ਮਾਤਾ ਜੀ ਦੀ ਸੁਖ ਸਾਂਦ ਪੁੱਛਦਿਆਂ ਹੋਇਆਂ ਸੁਤ ਕੀ ਸੁਧ ਸੁਨ ਸੁਨ ਮੁਦ ਤੇ ਧਾਰੀ, ਪੁੱਤਰ ਦੀ ਖਬਰ ਸੁਣ ਕੇ ਮਾਤਾ ਜੀ ਖੁਸ਼ ਹੁੰਦੇ ਹਨ। ਇਮ ਆਵਤ ਗੁਰ ਪਟਨੇ ਇਸ ਔਰ, ਤਰ੍ਹਾਂ ਕਹਿੰਦੇ ਵੀ ਸਤਿਗੁਰੂ ਪਾਤਸ਼ਾਹ ਜੀ ਬੰਗਾਲ ਤੋਂ ਚੱਲ ਕੇ ਪਟਨਾ ਸਾਹਿਬ ਨੂੰ ਆ ਰਹੇ ਹਨ। ਬਿਸ਼ਨ ਸਿੰਘ ਜੋਤ ਨਿਤ ਉਠ ਤੇ ਭੋਰ, ਉਸ ਵੇਲੇ ਬਿਸ਼ਨ ਸਿੰਘ ਰਾਜਾ, ਵਾਹਿਗੁਰੂ ਜੀ ਰਾਮ ਸਿੰਘ ਰਾਜਾ ਜੋ ਜੈਪੁਰ ਦਾ, ਉਹ ਵੀ ਨਾਲ ਮਹਾਰਾਜ ਦੇ ਆ ਰਿਹਾ ਹੈ। ਮਾਤ ਨਾਨਕੀ ਗੁਜ਼ਰੀ ਦੋ, ਤੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੋਨੇ ਜੋ ਮਤਾਵਾਂ ਹਨ। ਬਾਤ ਸੁਨਾਵੇ ਬਹੁਵਿਧ ਊ, ਤੇ ਕਈ ਤਰ੍ਹਾਂ ਦੇ ਬਚਨ ਜਿਹੜੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਗੋਬਿੰਦ ਰਾਏ ਜੀਆਂ ਨੂੰ ਸੁਣਾਉਂਦੀਆਂ ਨੇ। ਗੋਬਿੰਦ ਰਾਏ ਜੀ ਹੁਣ ਇੰਨੇ ਕੁ ਵੱਡੇ ਹੋ ਗਏ ਨੇ ਵੀ ਬੋਲ ਵੀ ਸਕਦੇ ਨੇ ਤੇ ਸੁਣ ਵੀ ਸਕਦੇ ਤੇ ਭੱਜ ਵੀ ਸਕਦੇ ਵਿਹੜੇ ਦੇ ਵਿੱਚ। ਪਰ ਗੋਬਿੰਦ ਰਾਏ ਜੀਆਂ ਨੂੰ ਹਾਲੇ ਤੱਕ ਆਪਣੇ ਪਿਤਾ ਦੇ ਦਰਸ਼ਨ ਨਹੀਂ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਹਾਲੇ ਤੱਕ ਮਿਲਾਪ ਨਹੀਂ ਹੋਇਆ। ਤੇ ਮਾਤਾ ਜੀ ਉਸ ਵੇਲੇ ਕਈ ਤਰ੍ਹਾਂ ਦੇ ਬਚਨ ਆਪਣੇ ਪੁੱਤਰ ਨੂੰ ਜਾਂ ਪੋਤਰੇ ਨੂੰ ਆਪਣੇ ਪਿਤਾ ਬਾਰੇ ਸੁਣਾਉਂਦੇ ਹਨ। ਸੁਨੋ ਪੁੱਤਰ ਪੰਜਾਬ ਜੁਦੇਸ਼, ਤੇ ਫਿਰ ਦੱਸਦੇ ਵੀ ਨੇ ਗੋਬਿੰਦ ਰਾਏ ਜੀ
ਆਪਣਾ ਜਿਹੜਾ ਦੇਸ਼ ਹੈ ਨਾ, ਆਪਣਾ ਇਲਾਕਾ, ਉਹ ਪੰਜਾਬ ਦੇਸ਼ ਹੈ। ਆਪਾਂ ਪੰਜਾਬ ਤੋਂ ਚੱਲ ਕੇ ਆਏ ਹਾਂ। ਸਤਿਗੁਰ ਤਿਤ ਹੀ ਬਸੈ ਤੇ ਵਿਸ਼ੇਸ਼। ਆਪਣੇ ਗੁਰੂ ਸਾਹਿਬਾਨ ਪੰਜਾਬ ਦੇ ਵਿੱਚ ਹੀ ਰਹੇ ਨੇ ਤੇ ਆਪਾਂ ਵੀ ਉੱਥੇ ਰਹਿੰਦੇ ਹਾਂ। ਮਹਾ ਜੰਗ ਤੁਰਕਨ ਕੇ ਸੰਗ। ਤੁਰਕਾਂ ਦੇ ਨਾਲ, ਮੁਗਲਾਂ ਦੇ ਨਾਲ ਬੜੇ ਜੰਗ ਕਰਕੇ ਬਾਰ ਬਾਰ ਹੋਏ ਭਟ ਭੰਗ। ਵਾਰ-ਵਾਰ ਸੂਰਮਿਆਂ ਦਾ ਆਪਸ ਵਿੱਚ ਮੁਕਾਬਲਾ ਹੋਇਆ, ਜੰਗ ਹੋਏ ਹਨ। ਸੋਢੀ ਬੰਸ ਸ਼ਿਰੋਮਣ ਮਹਾ। ਸੋਢੀਆਂ ਦੀ ਬੰਸ ਜਿਹੜੀ ਹੈ, ਸੋਢ ਕੁਲ ਜਿਹੜੀ ਹੈ, ਸੋਢੀਆਂ ਦੀ ਬੰਸ ਬੜੀ ਸ਼੍ਰੋਮਣੀ ਹੈ, ਬੜੀ ਪਵਿੱਤਰ ਹੈ। ਰਾਮਦਾਸ ਗੁਰ ਜਸ ਜਹ ਕਹਾ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀਆਂ ਦੇ ਕੁਲ ਵਿੱਚ ਹੋਏ ਨੇ। ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ। ਸੋਢੀਆਂ ਦੀ ਕੁਲ ਗੁਰੂ ਰਾਮਦਾਸ ਪਾਤਸ਼ਾਹ ਉਸ ਕੁਲ ਦੇ ਮਾਲਕ ਤੇ ਗੁਰਤਾ ਗੱਦੀ ਤੇ ਬੈਠੇ। ਤੇ ਉਸ ਤੋਂ ਬਾਅਦ ਵਿੱਚ ਫਿਰ ਸੋਢੀਆਂ ਦੀ ਕੁਲ ਵਿੱਚ ਗੁਰਤਾ ਗੱਦੀ ਹੈ। ਲਾਪੁਰ ਜਨਮੈ ਨਗਰ ਬਿਸਾਰ। ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਪਹਿਲਾ ਨਾਮ ਭਾਈ ਜੇਠਾ ਹੈ ਤੇ ਲਾਹੌਰ ਸ਼ਹਿਰ ਦੇ ਵਿੱਚ ਮਹਾਰਾਜ ਦਾ ਅਵਤਾਰ ਹੋਇਆ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਜਨਮ ਸਥਾਨ ਜਿਹੜਾ ਲਾਹੌਰ ਸ਼ਹਿਰ ਹੈ। ਬੌਰ ਬਸੇ ਸ੍ਰੀ ਗੋਬਿੰਦਵਾਲ। ਤੇ ਫਿਰ ਉਸ ਤੋਂ ਬਾਅਦ ਵਿੱਚ ਗੋਇੰਦਵਾਲ ਆਪਣੇ ਸਹੁਰਾ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆ ਕੇ ਗੋਇੰਦਵਾਲ ਰਹਿੰਦੇ ਰਹੇ ਹਨ। ਪ੍ਰਥਮ ਨਗਰ ਤੀਰਥ ਅਵਿਰਾਮ। ਤੇ ਸਾਰਿਆਂ ਤੋਂ ਪਹਿਲਾ ਤੀਰਥ ਸਿੱਖ ਧਰਮ ਦੇ ਵਿੱਚ ਜਿਹੜਾ ਹੈ ਉਹ ਗੋਇੰਦਵਾਲ ਹੈ। ਗੋਇੰਦਵਾਲ ਸਭ ਤੋਂ ਪਹਿਲਾਂ ਉਹ ਤੀਰਥ ਹੈ ਇਸ਼ਨਾਨ ਵਾਲਾ। ਇਸ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਇਸ਼ਨਾਨ ਵਾਲਾ ਕੋਈ ਤੀਰਥ ਨਹੀਂ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਹਿ ਕੇ ਬੌਲੀ ਤਿਆਰ ਕਰਵਾਈ ਤੇ ਸਾਰਿਆਂ ਤੋਂ ਪਹਿਲਾਂ ਇਹ ਬਣਾਇਆ ਇਸ਼ਨਾਨ ਕਰਨ ਵਾਲਾ ਤੀਰਥ। ਇਸ ਕਰਕੇ ਸਭ ਤੋਂ ਪਹਿਲਾ ਤੀਰਥ ਇਸ਼ਨਾਨ ਕਰਨ ਵਾਲਾ ਸਿੱਖ ਧਰਮ ਦੇ ਵਿੱਚ ਗੋਇੰਦਵਾਲ ਹੈ। ਇਸ ਤਰ੍ਹਾਂ ਮਾਤਾ ਦੱਸਦੀਆਂ ਪਈਆਂ ਨੇ ਗੋਬਿੰਦ ਰਾਏ ਜੀਆਂ ਨੂੰ ਵੀ ਆਪਾਂ ਕਿੱਥੋਂ ਆਏ, ਆਪਣੇ ਵੱਡੇ ਵਡੇਰੇ ਕੌਣ ਨੇ, ਜਾਂ ਆਪਣੇ ਤੀਰਥ ਸਥਾਨ ਕਿੱਥੇ ਨੇ, ਆਪਣੇ ਇਤਿਹਾਸ ਬਾਰੇ, ਆਪਣੇ ਪਰਿਵਾਰ ਬਾਰੇ ਦੱਸਦੇ ਹਨ। ਬਿਦਤਿਓ ਸ੍ਰੀ ਅੰਮ੍ਰਿਤਸਰ ਨਾਮ। ਉਦੋਂ ਉਸ ਤੋਂ ਬਾਅਦ ਵਿੱਚ ਫਿਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਕਹਿਣ ਕਰਕੇ ਫਿਰ ਅੰਮ੍ਰਿਤਸਰ ਨੂੰ ਪ੍ਰਗਟ ਕੀਤਾ। ਜਦੋਂ ਬੀਬੀ ਰਜਨੀ ਨੇ ਆ ਕੇ ਤਲਾਬ ਤੇ ਇਸ਼ਨਾਨ ਕੀਤਾ ਨਾ, ਤੇ ਉਸ ਵੇਲੇ ਪਤੀ ਉਹਦਾ ਕੋੜੇ ਤੋਂ ਰਾਜੀ ਹੋ ਗਿਆ। ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਵੀ ਹੁਣ ਤੀਰਥ ਦੇ ਪ੍ਰਗਟ ਕਰਨ ਦਾ ਸਮਾਂ ਆ ਗਿਆ। ਤੇ ਫਿਰ ਬੀਬੀ ਰਜਨੀ ਨੂੰ ਪੁੱਛਿਆ ਵੀ ਸਥਾਨ ਕਿੱਥੇ ਹੈ। ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਦਾ ਪਿੰਡ ਹੈ, ਉੱਥੇ ਬਹੁਤ ਜ਼ਿਆਦੀਆਂ ਬੇਰੀਆਂ ਦੇ ਰੁੱਖ ਨੇ, ਪਿੱਪਲ ਤੇ ਆਦਿਕ ਰੁੱਖ ਨੇ, ਉੱਥੇ ਇਹ ਸਥਾਨ ਹੈ। ਫਿਰ ਗੁਰੂ ਰਾਮਦਾਸ ਪਾਤਸ਼ਾਹ ਨੂੰ ਭੇਜਿਆ ਸਿੱਖਾਂ ਦੇ ਨਾਲ। ਉਦੋਂ ਹਾਲੇ ਗੁਰੂ ਨਹੀਂ ਸਨ ਬਣੇ, ਸਿੱਖ ਹੀ ਸਨ। ਜਾਓ ਜਾ ਕੇ ਉਸ ਸਥਾਨ ਨੂੰ ਲੱਭੋ। ਚੱਲ ਕੇ ਲੱਭਿਆ ਗਿਆ, ਉਹਦੀ ਖੁਦਾਈ ਸ਼ੁਰੂ ਕੀਤੀ ਬਣਾਉਣ ਵਾਸਤੇ। ਹਾਲੇ ਬਣਾਉਂਦੇ ਹੀ ਪਏ ਸਨ ਕਿ ਗੁਰੂ ਅਮਰਦਾਸ ਪਾਤਸ਼ਾਹ ਦਾ ਸੁਨੇਹਾ ਆ ਗਿਆ ਵੀ ਵਾਪਸ ਆ ਜਾਓ। ਵਾਪਸ ਸੱਦਿਆ ਗੋਇੰਦਵਾਲ ਤੇ ਗੁਰਤਾ ਗੱਦੀ ਦੇ ਕੇ ਗੁਰੂ ਬਣਾ ਦਿੱਤਾ, ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦਿੱਤਾ। ਆਪ ਸੱਚਖੰਡ ਨੂੰ ਚਲੇ ਗਏ। ਇਹ ਸਾਰਾ ਇਤਿਹਾਸ ਜਿਹੜਾ ਹੈ, ਮਤਾਵਾਂ ਜਿਹੜੀਆਂ ਨੇ ਗੋਬਿੰਦ ਰਾਏ ਜੀ ਨੂੰ ਦੱਸਦੀਆਂ ਪਈਆਂ ਹਨ। ਕਰਿਓ ਬਸਾਵਨ ਰਚਿਓ ਪਾਏ। ਤੇ ਫਿਰ ਅੰਮ੍ਰਿਤਸਰ ਸ਼ਹਿਰ ਵਸਾਇਆ। ਅੰਮ੍ਰਿਤਸਰ ਸ਼ਹਿਰ ਨੂੰ ਫਿਰ 4 ਚੰਨ ਲਾਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਰੋਵਰ ਪੱਕਾ ਕਰਵਾਇਆ, ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਅਤੇ ਇੱਥੇ ਸੋਹਣੇ ਸੋਹਣੇ ਘਰ ਬਣਾ ਕੇ ਸੰਗਤਾਂ ਨੂੰ ਦਿੱਤੇ। ਇਸ ਤਰ੍ਹਾਂ ਅੰਮ੍ਰਿਤਸਰ ਦਾ ਸ਼ਹਿਰ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਰਕਤ ਪਾਈ ਹੈ। ਵੱਡੇ ਤੁਮਾਰੇ ਭੇਤ ਸਥਾਏ। ਤੇ ਤੁਹਾਡੇ ਵੱਡੇ ਵਡੇਰੇ ਪੁੱਤਰ ਜੀ, ਤੁਹਾਡੇ ਦਾਦਾ ਜੀ ਦੇ ਪਿਤਾ ਜੀ, ਗਾ ਉਹਨਾਂ ਦੇ ਪਿਤਾ ਜੀ, ਆਪਣੇ ਸਾਰਾ ਜਿਹੜਾ ਪਰਿਵਾਰ ਹੈ ਨਾ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦਾ ਹੈ। ਬਹੁਰ ਪਿਤਾਮੇ ਭਏ ਤੁਮਾਰੇ। ਉਸ ਤੋਂ ਬਾਅਦ ਵਿੱਚ ਪੁੱਤਰ ਜੀ ਫਿਰ ਤੁਹਾਡੇ ਦਾਦਾ ਜੀ ਹੋਏ ਨੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੋਏ ਹਨ। ਜਿਨ ਤੇ ਲੜਤ ਤੁਰਕ ਗਨ ਹਾਰੇ। ਤੁਹਾਡੇ ਪਿਤਾ ਜੀਆਂ ਦੇ ਪਿਤਾ ਜੀ, ਤੁਹਾਡੇ ਦਾਦਾ ਜੀ ਨੇ 4 ਜੰਗ ਕੀਤੇ ਸਨ ਤੇ 4 ਜੰਗਾਂ ਵਿੱਚ ਉਹਨਾਂ ਨੇ ਮੁਗਲਾਂ ਨੂੰ ਹਰਾਇਆ ਹੈ। ਇਹ ਮਤਾਵਾਂ ਜਿਹੜੀਆਂ ਨੇ ਨਾ ਆਪਣੀ ਕੁਲ ਦਾ ਇਤਿਹਾਸ ਗੋਬਿੰਦ ਰਾਏ ਜੀਆਂ ਨੂੰ ਇਸ ਤਰ੍ਹਾਂ ਕਹਿ ਕੇ ਸੁਣਾ ਰਹੀਆਂ ਹਨ। ਬਸੇ ਪਿਤਾ ਕੇ ਪੁਰ ਕਰਤਾਰੇ। ਤੇ ਫਿਰ ਆਪਣੇ ਪਿਤਾ ਦੇ ਵਸਾਏ ਹੋਏ ਨਗਰ ਕਰਤਾਰਪੁਰ ਵਿੱਚ ਰਹਿਣ ਲੱਗ ਪਏ। ਕਰਤਾਰਪੁਰ ਜਿਹੜਾ ਨਾ ਗੁਰੂ ਅਰਜਨ ਸਾਹਿਬ ਨੇ ਵਸਾਇਆ ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਇੱਥੇ ਆ ਕੇ ਰਹਿੰਦੇ ਹਨ। ਮੁਨੇ ਵਿਪਾਸਾ ਕੂਲ ਨਿਹਾਰੇ। ਤੇ ਫਿਰ ਇਸ ਤੋਂ ਬਾਅਦ ਵਿੱਚ ਬਿਆਸਾ ਦੇ ਕੰਢੇ ਦੇ ਉੱਪਰ ਚੱਲਦਿਆਂ ਹੋਇਆਂ ਸੁੰਦਰ ਨਗਰ ਵਸਾਵਨ ਕਰਿਓ। ਤੇ ਸੋਹਣਾ ਨਗਰ ਬਿਆਸ ਦੇ ਕੰਢੇ ਦੇ ਉੱਪਰ ਗੋਇੰਦਵਾਲ, ਖਡੂਰ ਸਾਹਿਬ, ਇਹ ਸਾਰੇ ਨਗਰ ਵਸਾਏ ਹਨ। ਬਟਰਨ ਭਇਓ ਤੁਰਕ ਗਨ ਮਰਿਓ। ਤੇ ਫਿਰ ਇੱਥੇ ਆ ਕੇ ਬਹੁਤੇ ਤੁਰਕਾਂ ਨਾਲ ਜੰਗ ਕਰਕੇ ਤੇ ਬਹੁਤਿਆਂ ਨੂੰ ਮਾਰਿਆ ਹੈ। ਦਿਨ ਪਾਛੇ ਗਾਦੀ ਪਰਪੂਤਾ। ਉਹਨਾਂ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਵਿੱਚ ਉਹਨਾਂ ਦਾ ਪੋਤਰਾ ਧੰਨ ਗੁਰੂ ਹਰਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ। ਇਸ ਤਰ੍ਹਾਂ ਮਤਾਵਾਂ ਇਤਿਹਾਸ ਸੁਣਾਉਂਦੀਆਂ ਹਨ। ਫਿਰ ਹੋਏ ਸ੍ਰੀ ਹਰਿ ਰਾਏ ਉਦੋਤਾ। ਗੁਰੂ ਹਰਰਾਏ ਸਾਹਿਬ ਦੀ ਜਿਹੜੇ